चित्ती एकाग्र करने लई, रचना पवित्र करने लई सब गज के आखो धन श्री सतगुरु राम सिंह जी। ਅਸੀਂ ਇੱਥੇ ਜਿਹੜੇ ਇਕੱਠੇ ਹੋਏ ਹਾਂ, ਅਸੀਂ ਧਰਮ ਨੂੰ ਮੰਨਣ ਵਾਲੇ ਹਾਂ। ਧਰਮ ਹੀ ਸਾਨੂੰ ਇਹ ਜਾਚ ਸਿਖਾਉਂਦਾ ਹੈ ਕਿ ਸਤਿਗੁਰੂ ਨੂੰ ਧੰਨ ਆਖੋ। ਗੁਰਬਾਣੀ ਨੂੰ ਅਸੀਂ ਜਦੋਂ ਮੰਨਦੇ ਹਾਂ ਤੇ ਉਹਦੇ ਵਿੱਚ ਲਿਖਿਆ ਕਿ ਇਹੋ ਜਿਹਾ ਥਾਂ ਹੈ ਜਿੱਥੋਂ ਕੋਈ ਰਿਸ਼ਤੇਦਾਰ, ਕੋਈ ਦੋਸਤ ਮਿੱਤਰ, ਕੋਈ ਦੁਨੀਆ ਦੀ ਤਾਕਤ ਨਹੀਂ ਬਚਾ ਸਕਦੀ। ਉਹ ਸਤਿਗੁਰੂ ਹੈ। ਉਹ ਕਿਹੜਾ ਥਾਂ ਹੈ? ਜਿੰਨੀ ਤੁਧ ਨੂੰ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਗੁਰਬਾਣੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਅਸਾਂ ਮੰਨ ਲਈਏ ਵੀ ਇਹ ਗੁਰੂ ਨਾਨਕ ਤੋਂ ਹੀ ਆਈ ਹੈ। ਪਰ ਭਾਈ ਗੁਰਦਾਸ ਜੀ ਨੂੰ ਪੜ੍ਹੀਏ, ਉਹਨਾਂ ਨੇ ਲਿਖਿਆ ਸੁਖ ਰਾਜੇ ਹਰੀਚੰਦਰ ਕਰ ਨਾਰ ਸੁਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਵਦੇ ਰਾਤੀ ਜਾਏ ਸੁਣੇ ਗੁਰਬਾਣੀ। ਗੁਰਬਾਣੀ ਤਾਂ ਹੀ ਹੈ ਜੇ ਗੁਰੂ ਹੈਗਾ, ਤੇ ਜੇ ਗੁਰੂ ਨਹੀਂ ਫਿਰ ਗੁਰਬਾਣੀ ਦਾ ਮਤਲਬ ਹੀ ਕੋਈ ਨਹੀਂ। ਸੋ ਇਹ ਵੇਖ ਲਓ ਕਿਸ ਕਾਲ ਤੋਂ ਚੱਲੀ ਆ ਰਹੀ ਹੈ। ਗੁਰੂ ਨਾਨਕ ਵਾਸਤੇ ਜਿਹੜਾ ਲਿਖਿਆ ਨਾ, ਨਾਨਕ ਰਾਜ ਚਲਾਇਆ ਸਚਕੋਟ ਸਤਾਣੀ ਨੀਵ ਦਾ। ਉਹਨਾਂ ਨੇ ਆਪਣਾ ਰਾਜ ਚਲਾਇਆ। ਭਾਈ ਗੁਰਦਾਸ ਜੀ ਨੇ ਇੱਕ ਖਾਸ ਸਮੇਂ ਤੱਕ ਲਿਖਿਆ, ਚੱਲੀ ਪੀੜੀ ਸੋਢੀਆਂ ਰੂਪ ਦਿਖਾਉਣ ਵਾਰੋ ਵਾਰੀ। ਸੋ ਉਹ ਨਾਨਕ ਰਾਜ ਜਿਹੜਾ ਸਿੱਖੀ ਵਾਸਤੇ ਇੱਕ ਧੁਰਾ ਕਾਇਮ ਕੀਤਾ। ਜੇ ਸਿੱਖੀ ਕਾਇਮ ਹੈ ਤੇ ਇਹ ਸਮਝ ਲਓ ਭਈ ਉਹ ਸਿੱਖ ਕਾਇਮ ਹੈ, ਉਹ ਪਰਿਵਾਰ ਕਾਇਮ ਹੈ, ਉਹ ਇਲਾਕਾ ਕਾਇਮ ਹੈ, ਉਹ ਦੁਨੀਆ ਕਾਇਮ ਹੈ ਜਿੱਥੇ ਸਿੱਖੀ ਹੈਗੀ ਹੈ। ਇਹ ਨਹੀਂ ਤਾਂ ਕੁਛ ਨਹੀਂ ਹੈਗਾ। ਆਦਮੀ ਇਸ ਸੰਸਾਰ ਦੇ ਉੱਤੇ ਆ ਕੇ ਇਹ ਜਾਂਚ ਕਰਦਾ ਰਹਿੰਦਾ ਕਿ ਮੈਂ ਕਿਸ ਤਰ੍ਹਾਂ ਜੀਵਨ ਬਿਤਾਉਣਾ ਹੈ, ਕਿਸ ਤਰ੍ਹਾਂ ਜਿਉਣਾ ਹੈ। ਮੈਂ ਜੇ ਇਹਦੀ ਸਾਰੀ ਦੀ ਝੂਠ ਹੋ ਜਾਂਦੀ ਹੈ ਫਿਰ ਜਿਉਣਾ ਜਿਹੜਾ ਇਹ ਝੂਠ ਹੈ। ਜਿਹੜਾ ਸੱਚ ਹੈ ਉਹ ਮਰਨਾ ਹੈ। ਮਰਨ ਵਾਸਤੇ ਬੰਦਾ ਬਿਲਕੁਲ ਨਹੀਂ ਸੋਚਦਾ ਕਿ ਮੈਂ ਮਰਨਾ ਕਿਵੇਂ ਹੈ। ਜੇ ਆਦਮੀ ਜਿਉਣ ਵਾਸਤੇ ਸੋਚਦਾ ਰਹਿੰਦਾ ਹੈ ਤੇ ਉਹਨੂੰ ਮਰਨਾ ਭੁੱਲ ਜਾਂਦਾ, ਜਿਹੜਾ ਅਤ ਜ਼ਰੂਰੀ ਹੈ। ਪਰ ਜੇ ਉਹ ਮਰਨ ਵਾਸਤੇ ਸੋਚ ਲੈ, ਜਿਉਣਾ ਆਪੇ ਆ ਜਾਂਦਾ। ਕਾਲ ਬਿਆਲ ਜੋ ਪਰਿਓ ਡੋਲਾ ਮੁਖ ਪਸਾਰਾ ਮੀਤ, ਆਜ ਕਾਲ ਹੁਣ ਤੋਹਿ ਗ੍ਰਸ ਹੈ ਸਮਝ ਰਾਖੋ ਚੀਜ਼। ਜਦੋਂ ਇਹ ਡਰ ਆਏਗਾ ਤੇ ਆਦਮੀ ਮਾੜਾ ਕੰਮ ਨਹੀਂ ਕਰੇਗਾ। ਜਦੋਂ ਮਾੜਾ ਕੰਮ ਨਾ ਹੋਏਗਾ ਉਹ ਦੁਨੀਆ ਸੁਧਰ ਜਾਏਗੀ। ਸਤਿਗੁਰੂ ਨਾਨਕ ਦੇਵ ਨੇ ਕਿਰਪਾ ਕੀਤੀ, ਗੁਰੂ ਗੋਬਿੰਦ ਸਿੰਘ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਜਿਸ ਵੇਲੇ ਜਿਹੜਾ ਸਤਿਗੁਰੂ ਆਉਂਦਾ ਹੈ ਉਹ ਆਪਣੇ ਅਨੁਸਾਰ ਉਸ ਸਮੇਂ ਨੂੰ ਬਿਤਾਉਂਦਾ ਹੈ। ਜੇ ਤੁਹਾਨੂੰ ਪਤਾ ਹੈ ਗੁਰੂ ਨਾਨਕ ਤੋਂ ਲੱਗ ਕੇ 6ਵੇਂ ਪਾਤਸ਼ਾਹ ਤੱਕ ਸ਼ਾਂਤ ਰੂਪ ਰੱਖਿਆ, ਫਿਰ ਡੰਡਾ ਫੜ ਲਿਆ। ਜਦੋਂ ਡੰਡਾ ਫੜ ਲਿਆ ਤੇ ਫਿਰ ਕਈ ਜਿਹੜੇ ਸਾਨੂੰ ਆਖਣ ਲੱਗੇ ਇਹ ਗੁਰੂ ਦਾ ਸ਼ਿਕਾਰ ਖੇਡਦਾ, ਘੁਲਦਾ ਹੈ, ਇਸ ਤਰ੍ਹਾਂ ਕਰਦਾ। ਪਰ ਗੁਰੂ ਹਰਗੋਬਿੰਦ ਨੇ ਇੱਕ ਮਿਸਾਲ ਕਾਇਮ ਕੀਤੀ, ਜਿੰਨੇ ਯੁੱਧ ਕੀਤੇ ਨੇ ਉਹਨਾਂ ਵਿੱਚ ਕਿਸੇ 'ਚ ਹਾਰ ਨਹੀਂ ਖਾਧੀ। ਤੇ ਯੁੱਧ ਜਿਹੜੇ ਸਵੇਰ ਤੋਂ ਲਾ ਕੇ ਸ਼ਾਮ ਤੱਕ ਖਤਮ ਕਰਕੇ ਹੀ ਉਹਨਾਂ ਨੇ ਕੰਮ ਮੁਕਾਇਆ। ਫਿਰ ਗੁਰੂ ਗੋਬਿੰਦ ਸਿੰਘ ਤੱਕ ਫਿਰ ਇਸ ਤਰ੍ਹਾਂ ਹੀ ਸ਼ਾਂਤ ਰੂਪ ਰੱਖਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਫਿਰ ਡੰਡਾ ਫੜ ਲਿਆ ਤੇ ਜਿਹੜੇ ਸਤਿਗੁਰਾਂ ਦੇ ਆਪਣੇ ਹੀ ਬਸੰਤ ਸਨ ਉਹਨਾਂ ਨੂੰ ਵੀ ਸੋਧ ਦਿੱਤਾ। ਦੁਨਿਆਵੀ ਵੇਖਣ ਮਾਤਰ ਬਹੁਤ ਔਕੜਾਂ ਆਈਆਂ, ਪਰ ਉਹਨਾਂ ਨੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ, ਆਪਣੀ ਨਿਸ਼ਾਨੇ ਨੂੰ ਕਾਇਮ ਰੱਖਿਆ। ਕਿੱਡੀ ਵੱਡੀ ਗੱਲ ਸੀ ਕਿ ਉਹ ਸਿੱਖ ਜਿਹੜੇ ਸਤਿਗੁਰਾਂ ਦੇ ਹੁਕਮ 'ਚ ਲੜਦੇ ਸਨ, ਜਾਨਾਂ ਦਿੰਦੇ ਸਨ, ਰਜਾ ਵਰਤ ਗਈ ਉਹਨਾਂ ਦੇ ਉੱਤੇ ਤੇ ਸਾਰੇ ਜਵਾਬ ਦੇ ਕੇ ਚਲੇ ਗਏ ਤੇ ਫਿਰ ਪਰਵਾਹ ਨਹੀਂ ਕੀਤੀ। ਗੁਰੂ ਗੋਬਿੰਦ ਸਿੰਘ ਤੋਂ ਬਾਅਦ ਗੁਰੂ ਬਾਲਕ ਸਿੰਘ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਕਿਰਪਾ ਕੀਤੀ
ਉਹਦੀ ਤਾਂ ਕੋਈ ਮਿਸਾਲ ਨਹੀਂ ਮਿਲਦੀ। ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਕੀ ਕੀ ਕਰਕੇ ਵਿਖਾਇਆ। ਜੇ ਪਿਛਲੇ ਪੀਰਾਂ ਪੈਗੰਬਰਾਂ ਨੂੰ ਵੇਖੀਏ ਤੇ ਉਹਦੇ ਨਾਲ ਖਲੋ ਨਹੀਂ ਸਕਦੇ। ਮੈਨੂੰ ਉਹ ਅੰਗਰੇਜ਼ੀ ਦੇ ਸ਼ਬਦ ਨਹੀਂ ਯਾਦ, ਇੱਕ ਕਿਤਾਬ ਹੈਗੀ ਹੈ ਲਾਈਫ ਆਫ ਜੀਸਸ, ਕ੍ਰਾਈਸਟ ਦੀ, ਈਸਾ ਮਸੀਹ ਦੇ ਬਾਰੇ ਲਿਖਿਆ। ਉਹਦੇ 'ਚ ਲਿਖਿਆ ਕਿ ਜਿਸ ਵੇਲੇ ਉਹਨਾਂ ਦਾ ਅੰਤ ਦਾ ਸਮਾਂ ਆਇਆ ਤੇ ਉਹ ਮੈਨੂੰ ਉਹ ਜਿਹੜੀ ਅਮਲ ਵਾਲੀ ਚੀਜ਼ ਹੈ ਨਾ, ਉਹਦਾ ਨਾਂ ਨਹੀਂ ਯਾਦ ਰਿਹਾ, ਸ਼ਰਾਬ ਜਾਂ ਕੋਈ ਹੋਰ ਚੀਜ਼ ਉਹਨਾਂ ਨੇ ਆਖਿਆ ਮੈਨੂੰ ਦਿਓ, ਮੈਨੂੰ ਡਰ ਆਉਂਦਾ ਮੌਤ ਤੋਂ। ਇਸੇ ਤਰ੍ਹਾਂ ਹੀ ਦੂਸਰੇ ਪੈਗੰਬਰਾਂ ਵਾਸਤੇ ਵੀ ਮੇਰਾ ਨਹੀਂ ਆਖਣ ਨੂੰ ਜੀ ਕਰਦਾ, ਪਰ ਇੱਕ ਇੱਕ ਸਿੱਖ ਜਿਹੜਾ ਹੈ ਉਹ ਸਤਿਗੁਰਾਂ ਦੇ ਹੁਕਮ ਅੰਦਰ, ਜੇ ਵਰਿਆਮ ਸਿੰਘ ਨੂੰ ਆਖਿਆ ਕਿ ਤੇਰਾ ਕੱਦ ਮਧਰਾ ਰਾਜ ਵਾਲੇ ਨੂੰ, ਤੇ ਵਾਹਣ ਚ ਟੀਮਾ ਫੜ ਕੇ ਥੱਲੇ ਲਾ ਕੇ ਰੱਖ ਕੇ ਜਾਂਦਾ, ਹੁਣ ਤਾਂ ਨਹੀਂ ਮੇਰਾ ਕੱਦ ਮਧਰਾ। ਅਸੀਂ ਕਿਸ ਤਰ੍ਹਾਂ ਤੋਲਾਂਗੇ ਲੋਕਾਂ ਦੇ ਪੈਗੰਬਰਾਂ ਨੂੰ? ਇਹ ਸਤਿਗੁਰੂ ਰਾਮ ਸਿੰਘ ਨੇ ਸਭ ਫਿਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਸਭ ਤੋਂ ਪਹਿਲੋਂ ਇਸ ਸਰੀਰ ਨੂੰ ਆਜ਼ਾਦ ਕਰਾਇਆ। ਇਸ ਦੇਹੀ ਅੰਦਰ ਪੰਜ ਚੋਰ ਵਸਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟਾ ਹੈ ਮਨਮੁਖ ਨਹੀਂ ਬੂਝਾ, ਕੋਈ ਨਾ ਸੁਣਿਆ ਪੁਕਾਰਾ। ਸਤਿਗੁਰੂ ਰਾਮ ਸਿੰਘ ਨੇ ਪੁਕਾਰ ਸੁਣੀ ਤੇ ਇਸ ਸਰੀਰ ਨੂੰ ਆਜ਼ਾਦ ਕਰਾਇਆ। ਤੇ ਜਦੋਂ ਇਹ ਸਰੀਰ ਆਜ਼ਾਦ ਹੋ ਗਿਆ ਨਾ, ਫਿਰ ਉਹਨੂੰ ਪਰਵਾਹ ਹੀ ਨਹੀਂ ਸੀ ਕਿਸੇ ਗੱਲ ਦੀ। 17 ਤਾਰੀਖ ਨੂੰ ਮਲੇਰਕੋਟਲੇ ਦਾ ਮੇਲਾ ਹੈ, ਸਾਧ ਸੰਗਤ ਉੱਥੇ ਦਰਸ਼ਨ ਦੇਵੇ। ਪਰ ਜਦੋਂ ਸਾਧ ਸੰਗਤ ਮਲੇਰਕੋਟਲੇ ਨੂੰ ਜਿੱਥੋਂ ਜਿੱਥੋਂ ਤੁਰੋ, ਉੱਥੋਂ ਭਜਨ ਕਰਦੇ, ਬਾਣੀ ਪੜ੍ਹਦੇ ਜਾਓ, ਉੱਥੇ ਵੀ ਇਹ ਕੁਛ ਕਰੋ। ਤੇ ਜਿਸ ਵੇਲੇ ਉੱਥੋਂ ਵਾਪਸ ਆਓ, ਘੱਟ ਤੋਂ ਘੱਟ ਘਰ ਤੱਕ ਬਿਲਕੁਲ ਭਜਨ ਕਰਦੇ ਨੇ, ਬਾਣੀ ਪੜ੍ਹਦੇ ਜਾਓ। ਜੇ ਅਸੀਂ ਕਰਦੇ ਜਾਵਾਂਗੇ ਤੇ ਈਰਖਾ ਤੇ ਨਿੰਦਿਆ ਕਰ ਨਹੀਂ ਸਕਦੇ। ਜਦੋਂ ਅਸੀਂ ਬਾਣੀ ਪੜਾਂਗੇ, ਭਜਨ ਕਰਾਂਗੇ। ਮੈਂ ਤੁਹਾਨੂੰ ਇਹ ਗੱਲ ਕਰਨੀ ਹੈ ਬਈ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ। ਇੱਥੇ ਇੱਕ ਬੜੀ ਪੁਰਾਣੀ ਗੱਲ, ਮੈਂ ਇੱਕ ਸਿੱਖ ਲੀਡਰ ਨੂੰ ਆਖਿਆ ਬਈ ਤੁਸੀਂ ਉੱਥੇ ਜਾਂਦੇ ਹੋ ਫਤਿਹਗੜ੍ਹ ਸਾਹਿਬ, ਉੱਥੇ ਜਾ ਕੇ ਤੁਹਾਡੀ ਸਿਆਸੀ ਲੈਕਚਰ ਹੁੰਦੇ ਨੇ, ਐਡਾ ਘਿਨਾਉਣਾ ਦੇਣਾ। ਤੁਸੀਂ ਉਹ ਮੁਸਲਮਾਨਾਂ ਕੋਲੋਂ ਸਿੱਖਿਆ ਲਓ, ਜਿਹੜੇ ਹਸਨ ਹੁਸੈਨ ਵਾਲੀ ਗੱਲ ਜਿਹੜੀ ਹੈ, ਉਹ ਕਿੰਨੇ ਦੁੱਖ ਨਾਲ ਸਾਰਾ ਕੁਛ ਉਹ ਵੇਲਾ ਬਤਾਉਂਦੇ ਨੇ। ਤੇ ਸਾਡੇ ਵਾਸਤੇ ਇਹ ਤੋਂ ਵੱਡਾ ਕੀ ਸੀ ਵੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਸਾਡੇ ਵਾਸਤੇ ਵਾਰੇ, ਤੇ ਇੱਥੇ ਸਾਡੀਆਂ ਕਾਨਫਰੰਸਾਂ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣ ਵਾਸਤੇ ਹੋਣ, ਇਹ ਨਹੀਂ ਚਾਹੀਦੀ। ਇੱਥੇ ਭਜਨ ਬਾਣੀ ਜਿਹਨੇ ਜਿਹਨੇ ਆਪਣੇ ਆਪਣੇ ਗੁਰੂ ਤੋਂ ਜੋ ਕੁਝ ਪੁੱਛਿਆ ਉਹਦੇ ਮੁਤਾਬਕ ਕਰੋ, ਪਰ ਭਜਨ ਕਰੋ, ਬਾਣੀ ਪੜ੍ਹੋ, ਆਪਣੇ ਸਤਿਗੁਰੂ ਨੂੰ ਯਾਦ ਕਰੋ। ਇਹ ਦਿਨ ਇਸ ਤਰ੍ਹਾਂ ਲੰਘਣੇ ਚਾਹੀਦੇ ਨੇ। ਸਤਿਗੁਰੂ ਕਿਰਪਾ ਕਰੇ ਤੇ ਜਿੰਨਾ ਸਮਾਂ ਸਾਡਾ ਇਸ ਵੇਲੇ ਭਜਨ ਬਾਣੀ ਲੰਘੇਗਾ, ਅੱਗੇ ਜਾ ਕੇ ਸਾਡਾ ਉਹੀ ਕੁਝ। ਅੱਜ ਤੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਹੁਕਮਨਾਮਾ ਸੁਣਿਆ, ਧੀਆਂ ਪੁੱਤਰ ਜਿਹੜੇ ਨੇ ਇਸ ਸੰਸਾਰ ਦਾ ਕੰਮ, ਬੇੜੀ ਦਾ ਪੂਰ ਹੈ, ਆਇਆ ਤੇ ਲੰਘ ਗਿਆ। ਇਹ ਸਰੀਰ ਦੇ ਨਾਲ ਜਾਣ ਵਾਲਾ ਭਜਨ ਬਾਣੀ ਹੈ, ਹੋਰ ਕੋਈ ਚੀਜ਼ ਨਾਲ ਨਹੀਂ ਜਾ ਸਕਦੀ। ਸੋ ਤੁਸੀਂ ਜਿੰਨੇ ਇੱਥੇ ਆਏ ਹੋ, ਜਿਸ ਤਰ੍ਹਾਂ ਤੁਹਾਨੂੰ ਗਾਬੜੀਆ ਸਾਹਿਬ ਨੇ ਵੀ ਆਖਿਆ, ਯੂਪੀ ਵਾਲੇ ਸਿੰਘ ਨੇ ਵੀ ਆਖਿਆ, ਇਹ ਯਤਨ ਕਰੋ ਜਿੰਨਾ ਜਿੰਨਾ ਕਿਸੇ ਕੋਲ ਕੋਈ ਧਨ ਪਦਾਰਥ ਹੋਵੇ, ਤਾਕਤ ਹੋਵੇ, ਉਹ ਉਹਦੇ ਮੁਤਾਬਕ ਹੀ ਕਿਰਾਇਆ ਦੇ ਕੇ ਉਸ ਕਲਾਸ 'ਚ ਬੈਠ ਸਕਦਾ। ਪਹਿਲੀ ਕਲਾਸ ਨਾ ਹੋਵੇ, ਦੂਜੀ 'ਚ ਬਹਿ ਗੱਡੀ ਤੇ ਉਸ ਚੜ੍ਹ ਜਾਵੇ, ਜਾ ਕੇ ਪਹੁੰਚੇਗਾ ਉੱਥੇ ਹੀ। ਜਿੰਨਾ ਜਿੰਨਾ ਤੁਸੀਂ ਕਰ ਸਕਦੇ ਹੋ। ਇੱਕ ਤੇ ਜਿੰਨੇ ਤੁਸੀਂ ਨਾਮਧਾਰੀ ਸਿੰਘ ਹੋ, ਮੈਂ ਤੁਹਾਨੂੰ ਅਰਜ਼ ਕਰਾਂਗਾ 2 ਘੰਟੇ ਸੂਰਜ ਚੜ੍ਹਨ ਤੋਂ ਪਹਿਲਾਂ ਤੁਸੀਂ ਜ਼ਰੂਰ ਉੱਠਿਆ ਕਰੋ। ਉਦੋਂ ਪਿੱਛੋਂ ਤੁਹਾਨੂੰ ਨੀਂਦ ਨਹੀਂ ਆਉਣੀ ਚਾਹੀਦੀ, ਭਾਵੇਂ ਤਾਪ ਵੀ ਚੜ੍ਹਿਆ ਹੋਵੇ, ਉੱਠ ਕੇ ਭਜਨ ਕਰਿਆ ਕਰੋ। ਤਾਪ ਜਿਹੜੇ ਪਾਣੀ ਨੱਕੇ ਲਾਉਣ ਵਾਸਤੇ ਚਲੇ ਜਾਂਦੇ ਆ, ਤਾਪ ਜਿਹੜੇ ਦੁਕਾਨ ਤੇ ਚਲੇ ਜਾਂਦੇ ਆ, ਭਜਨ ਬਾਣੀ ਨਹੀਂ ਹੋ ਸਕਦਾ, ਜਿਹਨੇ ਸਾਡੀਆਂ ਚੀਜ਼ਾਂ ਦੂਰ ਕਰਨੀਆਂ ਨੇ ਸਾਰੀਆਂ। ਸੋ सतगुरु राम सिंह सच्चे बादशाह ने उस वेले की सिक्खी लिखी है। लाहौर में रह कर देखा है, मांस शराब मूसली लड़का दारू आम, भजन बाणी के नाम मात्र नहीं। सतगुरां ने कृपा करके बख्शिश दी थी, ਇਹੋ ਜਿਹੇ ਸਿੱਖ ਬਣਾਏ। तो ਆਪਾਂ भी कोशिश करिए ਉਹਨਾਂ ਦੇ ਪੈਰਾਂ ਤੇ ਤੁਰਨ ਦੀ। ਤੇ ਇੱਕ ਇੱਕ ਘੰਟਾ ਨਾਮ ਸਿਮਰਨ ਹਰ ਜੀ ਪ੍ਰਤੀ ਹੋਣਾ ਚਾਹੀਦਾ। ਇਹਦੇ 'ਚ ਬਿਲਕੁਲ ਲਿਹਾਜ਼ ਤੁਹਾਡੇ 7 ਜੀ ਨੇ ਪਰਿਵਾਰ ਦੇ, 7 ਘੰਟੇ ਰੋਜ਼ ਤੁਹਾਡੇ ਨਾਮ ਸਿਮਰਨ ਹੋਣਾ ਚਾਹੀਦਾ।
ਜਿਹੜੇ ਛੋਟਾ ਬੱਚਾ ਜਨਮ ਲੈਂਦਾ ਉਹਦਾ ਉਸ ਦਿਨ ਤੋਂ ਕਰਨਾ ਸ਼ੁਰੂ ਕਰੋ। ਜਿੱਦਣੋਂ ਵੱਡਾ ਹੋ ਜਾਏ ਉਹਨੂੰ ਆਖੋ ਤੇਰੇ ਇੰਨੇ ਕੀਤੇ ਨਾ, ਅੱਜ ਤੋਂ ਤੂੰ ਕਾਕਾ ਕਰਨੇ ਨੇ ਆਪਣੇ। ਇਹਨੂੰ ਸਰੰਜਾਮ ਦਿਓ ਇਸ ਢੰਗ ਨਾਲ। ਹਰ ਜੀ ਪ੍ਰਤੀ 1 ਘੰਟਾ ਨਾਮ ਸਿਮਰਨ, ਹਰ ਘਰ ਪ੍ਰਤੀ 1 ਪਾਠ ਆਦਿ ਜਾਂ ਦਸਮ ਦਾ 1 ਮਹੀਨੇ ਦਾ, ਇਹ ਜ਼ਰੂਰ ਕਰਨਾ ਚਾਹੀਦਾ। ਸਾਡੇ ਬੱਚੇ BA MA D.Litt ਤੇ ਇੰਜੀਨੀਅਰ ਤੇ ਡਾਕਟਰ ਬੜੇ ਬਣ ਗਏ ਨੇ, ਤੇ ਮਾਂ ਪਿਓ ਵੀ ਬੜੇ ਖੁਸ਼ ਹੁੰਦੇ ਨੇ, ਮੇਰਾ ਮੁੰਡਾ ਜੀ ਡਾਕਟਰ ਹੈ, ਕਿੰਤੂ ਡਾਕਟਰ ਕੁੜੀ ਚਾਹੀਦੀ ਹੈ। ਮੁੰਡਾ ਸਿੱਖ ਹੈਗਾ ਕਿ ਨਹੀਂ ਹੈਗਾ ਚਿੰਤਾ ਹੀ ਨਹੀਂ। ਅਸੀਂ ਕੇਸਾਂ ਦਾੜੀਆਂ ਵਾਲੇ, ਰੋਜ਼ ਬਾਣੀ ਸੁਣਨ ਵਾਲੇ, ਗੁਰਦੁਆਰਿਆਂ 'ਚ ਇਕੱਠੇ ਹੋਣ ਵਾਲੇ, ਤੁਰ ਕਿਹੜੇ ਪਾਸੇ ਪਏ ਆ? ਇਹ ਚੀਜ਼ਾਂ ਪਿੱਛੋਂ ਨੇ। ਜੇ ਭਜਨ ਬਾਣੀ ਹੋ ਜਾਏਗਾ ਤੇ ਡਾਕਟਰੀਆਂ ਡੂਕਟਰੀਆਂ ਸਭ ਵਿੱਚੇ ਆ ਜਾਂਦੀਆਂ ਨੇ। ਮੈਨੂੰ ਉਹ ਇਲਾਜ ਕਰਦਾ ਸੀ ਬਿਮਾਰਾਂ ਦਾ, ਤੇ ਉਹ ਕਿਸੇ ਨੇ ਸ਼ਿਕਾਇਤ ਕਰਤੀ ਮੇਰੇ ਕੋਲ, ਤੇ ਲਾਇਸੈਂਸ ਹੈ ਨਹੀਂ, ਉਹਦੇ ਨਾਲ ਲੱਗਣ ਲੱਗ ਪਈ। ਈਰਖਾ ਤੇ ਹੋ ਹੀ ਜਾਂਦੀ ਹੈ। ਨਾਲ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਹੁਕਮਨਾਮੇ ਵਿੱਚ ਲਿਖਿਆ, ਗਿਆਨੀ ਧਿਆਨੀ ਗੁਣੀ ਤਨਾੜ, ਨਾਮ ਜਪਤ ਘਰ ਘਰ ਮਹਿ ਆੜ। ਇਹ ਆਡਾ ਉਹਨਾਂ ਨਾਲ ਜ਼ਰੂਰ ਹੁੰਦਾ। ਤੇ ਉਹਨੂੰ ਜਿਸ ਵੇਲੇ ਪੁੱਛਿਆ ਗਿਆ ਵੀ ਤੂੰ ਕਾਹਦੇ ਨਾਲ ਰਾਜੀ ਕਰਦਾ, ਉਹਨੇ ਕਿਹਾ ਮੈਂ ਤੇ ਰੱਬ ਰੱਬ ਕਰਕੇ ਰਾਜੀ ਕਰ ਦਿੰਦਾ। ਉਹਨੂੰ ਉੱਥੇ ਲੈ ਗਏ ਕਿਸੇ ਬਿਮਾਰਾਂ ਦੇ ਹਸਪਤਾਲ 'ਚ। ਉਹਨੇ ਜਿਹੜੇ ਮਰੀਜ਼ਾਂ ਦੇ ਹੱਥ ਫੇਰੇ ਰਾਜੀ ਹੋ ਗਏ, ਫਿਰ ਉਹ ਚੁੱਪ ਕਰ ਗਏ, ਕਰਕੇ ਵਿਖਾਤਾ। ਇਹ ਕੋਈ ਚੀਜ਼ ਜਿਹੜੀ ਮੈਂ ਤੁਹਾਨੂੰ ਅਰਜ਼ ਕੀਤੀ ਹੈ ਨਾ, ਵੀ ਮਰਨ ਦੀ ਜਾਂਚ ਆ ਜਾਏ ਤੇ ਜਿਉਣ ਦੀ ਆਪਣੇ ਆਪ ਆ ਜਾਂਦੀ ਹੈ। ਇਹ ਬਹੁਤ ਔਖਾ ਕੰਮ ਹੈ, ਪਰ ਇਹ ਬਹੁਤ ਜ਼ਰੂਰੀ ਹੈ। ਕਿਸੇ ਨੂੰ ਆਖਿਆ ਜਾਵੇ ਨਾ ਤੂੰ ਫਰਾਂਸ ਜਾਣਾ ਨਾ ਤੇ ਫਰੈਂਚ ਪੜ੍ਹ ਲੈ, ਉੱਥੇ ਤੇਰੀ ਗੱਲ ਨਹੀਂ ਸਮਝਣੀ ਕਿਸੇ ਨੇ, ਤੇ ਉਹ ਆਖਦੇ ਵੀ ਮੈਂ ਇੱਥੋਂ ਨਹੀਂ ਪੜ੍ਹੀ ਜਾਂਦੀ, ਮੈਂ ਜਾਂਦਾ ਹੀ ਨਹੀਂ ਉੱਥੇ, ਇਹ ਗੱਲ ਮੰਨੀ ਜਾਏਗੀ। ਜੇ ਕਿਸੇ ਨੂੰ ਆਖੀ ਤੂੰ ਭਜਨ ਬਾਣੀ ਕਰ, ਇੱਥੋਂ ਮਰਨ ਤੋਂ ਬਾਅਦ ਇਹ ਕੰਮ ਹੋਣਾ, ਤੇ ਉਹ ਆਖੇ ਮੈਂ ਮਰਨਾ ਹੀ ਨਹੀਂ, ਇਹ ਨਹੀਂ ਹੋ ਸਕਣਾ, ਇਹ ਕਰਨਾ ਹੀ ਪੈਣਾ। ਇਹ ਰਾਹ ਇਹੋ ਜਿਹਾ ਬਣਾ ਤਾ ਜਿਹੜਾ ਅੱਜ ਵੀ ਸਤਿਗੁਰੂ ਰਾਮ ਸਿੰਘ ਦੇ ਹੁਕਮਨਾਮੇ ਸੁਣਿਆ ਸੀ, ਗੁਰੂ ਤੇਗ ਬਹਾਦਰ ਦੀ ਤੁਖ, ਨਹਿ ਬਾਰਿਕ ਨਹਿ ਜੋਬ ਨਹਿ ਬਿਰਦੀ ਕਛ ਬੰਦ ਵਾਲੀ ਗੱਲ ਹੈ। ਤੇ ਇਹ ਪੰਡਿਤ ਜੀ ਇੱਥੇ ਕੋਲ ਬੈਠੇ ਨੇ, ਇਹਨਾਂ ਨੂੰ ਪਤਾ ਇਹਨਾਂ ਨਾਲ ਇੱਕ ਸਿੰਘ ਸੀ ਬੰਤਾ ਸਿੰਘ, ਗੋਲੇ ਟੋਲੇ ਗੁਰਦਾਸਪੁਰ ਜ਼ਿਲ੍ਹੇ ਦਾ। ਉਹ ਢੋਲ ਪਛਾਣੇ ਨਾਲ ਵਜਾਉਂਦਾ ਸੀ, ਇਹਨਾਂ ਦੇ ਸ਼ਬਦ ਪੜ੍ਹਦਾ ਸੀ। ਸਧਾਰਨ ਆਦਮੀ ਜਿਸ ਤਰ੍ਹਾਂ ਬਾਕੀ ਹੁੰਦੇ ਨੇ, ਲੱਤਾਂ ਬਾਹਾਂ ਇਹੋ ਜਿਹੀਆਂ ਨੇ ਸਾਰਿਆਂ ਦੀਆਂ। ਉਹਦੇ ਭਰਾ ਕੁਝ ਖੁੱਲੇ ਵਿਚਾਰਾਂ ਦੇ ਸਨ, ਤੇ ਉਹਨਾਂ ਨਾਲ ਝਗੜਾ ਕਿਸੇ ਗੱਲ ਤੋਂ ਹੋ ਗਿਆ। ਤੇ ਉਹਨੇ ਆਖਿਆ ਤੂੰ ਖਰੇ ਕਿਵੇਂ ਮਰਨਾ, ਜਿਸ ਤਰ੍ਹਾਂ ਪੰਜਾਬੀ ਜਾਂ ਆਮ ਆਖਦੇ ਨੇ। ਉਹਨੇ ਆਖਿਆ ਮੈਂ ਸਤਿਗੁਰੂ ਪ੍ਰਤਾਪ ਸਿੰਘ ਦਾ ਸਿੱਖ ਹਾਂ, ਮੈਨੂੰ ਪਤਾ ਜਿਵੇਂ ਮਰਨਾ ਮੈਂ, ਬੜਾ ਔਖਾ ਕੰਮ ਹੈ। ਸਾਧ ਸੰਗਤ ਜੀ, ਉਹ ਜਦੋਂ ਚੜ੍ਹਾਈ ਕਰਨ ਲੱਗਾ ਨਾ, ਉਹਨੇ ਆਪਣੇ ਪਰਿਵਾਰ ਇਕੱਠਾ ਕਰ ਲਿਆ ਤੇ ਉਹਨਾਂ ਨੂੰ ਆਖਿਆ ਵੀ ਮੇਰੇ ਪਿੱਛੇ ਰੋਇਓ ਨਾ ਕੋਈ। ਜੋ ਸਿੱਖਿਆ ਦੇਣੀ ਸੀ ਦੇ ਕੇ ਉਹ ਸਰੀਰ ਛੱਡ ਦਿੱਤਾ। ਉਹਨੇ ਸਰੀਰ ਛੱਡ ਦਿੱਤਾ ਤੇ ਇੱਕ ਭਰਜਾਈ ਮਗਰੋਂ ਆਈ, ਰੋਂਦੀ ਰੋਂਦੀ ਆਈ। ਸਾਧ ਸੰਗਤ ਜੀ, ਉਹ ਮਰਿਆ ਪਿਆ ਉੱਠ ਕੇ ਬਹਿ ਗਿਆ। ਉੱਠ ਕੇ ਬੈਠ ਕੇ ਉਹਨੇ ਆਖਿਆ ਮੈਂ ਬੜਾ ਸਾਫ਼ ਰਾਹ ਤੇ ਜਾ ਰਿਹਾ ਸਾਂ, ਜਦੋਂ ਤੂੰ ਰੋਈ ਹੈ ਨਾ ਮੇਰੇ ਪੈਰ 'ਚ ਐਡੀ ਲੰਬੀ ਸੂਲ ਚੁੱਭੀ ਹੈ। ਐਵੇਂ ਨਹੀਂ ਸਤਿਗੁਰਾਂ ਨੇ ਸਾਡੇ ਵਾਸਤੇ, ਸਾਡੇ ਰਿਸ਼ਤੇਦਾਰਾਂ ਵਾਸਤੇ ਲਿਖਿਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਸੋ ਇਹ ਜਾਂਚ ਸਿੱਖੀ ਜਾਵੇ, ਸਤਿਗੁਰੂ ਕਿਰਪਾ ਕਰੇ ਸਾਨੂੰ ਇਹ ਜਾਂਚ ਆਵੇ, ਇਹਦੇ ਵਾਸਤੇ ਕੋਸ਼ਿਸ਼ ਕੀਤੀ ਜਾਵੇ। ਕਿੰਨਾ ਕੁ ਹੋ ਸਕਦਾ ਇਹ ਸਤਿਗੁਰੂ ਦੀ ਰਜਾਤ ਦੇ ਉੱਤੇ ਹੈ। ਤੁਸੀਂ ਗੁਰਦੁਆਰੇ ਜਾ ਕੇ ਅਰਦਾਸ ਕਰੋਗੇ ਮੈਨੂੰ ਟਰੈਕਟਰ ਮਿਲ ਜਾਏ, ਮੈਨੂੰ ਜ਼ਮੀਨ ਮਿਲ ਜਾਏ, ਮੇਰੇ ਮੁੰਡਾ ਹੋ ਜਾਵੇ, ਮੈਨੂੰ ਧਨ ਪਦਾਰਥ ਮਿਲ ਜਾਏ, ਫਿਰ ਇਹ ਅਰਦਾਸ ਬਹਿ ਕੇ ਘਰ ਹੀ ਕਰਿਆ ਕਰੋ ਕਿ ਮੈਨੂੰ ਸਿੱਖੀ ਮਿਲੇ। ਇਹ ਸਭ ਚੀਜ਼ਾਂ ਉਸਦੇ ਪਿੱਛੇ ਨੇ। ਸੋ ਮੈਂ ਫਿਰ ਤੁਹਾਨੂੰ ਅਰਜ਼ ਕਰਾਂਗਾ ਵੀ ਤੜਕੇ ਉੱਠਿਆ ਕਰੋ, ਜੋ ਕਿਸੇ ਨੇ ਆਪਣੇ ਗੁਰੂ ਤੋਂ ਪੁੱਛਿਆ ਉਹ ਉੱਠ ਕੇ ਨਾਮ ਸਿਮਰਨ ਕਰਿਆ ਕਰੋ। ਇਹਦੇ ਵਾਸਤੇ ਬਾਣੀ ਵਿੱਚ ਇਹ ਲਿਖ ਦਿੱਤਾ ਕਿ ਨਾਮ ਤੁਲ ਕਛ ਅਵਰ ਨਾ ਹੋਏ। ਇਹ ਤੁਕ ਪਤਾ ਨਹੀਂ ਕਿੰਨੀ ਵਾਰੀ ਸੁਣੀ ਹੈ, ਕਿੰਨੀ ਵਾਰੀ ਸਪੀਕਰਾਂ ਤੇ ਸੁਣਦੇ ਆ, ਪਰ ਅੰਦਰ ਨਹੀਂ ਲੰਘਦੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਘੜਾ ਮੰਗਵਾ ਕੇ ਨਾ, ਸੁੱਖੇ ਦਾ ਰਗੜ ਕੇ ਪਾਣੀ ਮੰਗਵਾ ਕੇ, ਸਿੱਖ ਨੂੰ ਆਉਂਦੇ ਨੇ ਲੈ ਤੂੰ ਇਹਨੂੰ ਇਸ ਤਰ੍ਹਾਂ ਕਰ, ਇਹ ਚੂੜੀਆਂ ਕਰ ਇਹਦੀਆਂ। ਉਹ ਚੂੜਾ ਕਰਿਆ ਬਾਹਰ ਡੋਲਦੇ, ਚੂੜਾ ਕਰ ਸਾਰਾ ਘੜਾ ਮੁੱਕ ਗਿਆ। ਤੇ ਉਹਨੂੰ ਪੁੱਛਿਆ ਤੈਨੂੰ ਅਮਲ ਹੋਇਆ ਕੋਈ? ਆਂਦੇ ਨਹੀਂ, ਅਮਲ ਨਹੀਂ ਹੋਇਆ। ਇੱਕ ਚੂੜੀ ਪੀ ਲੈ, ਅਮਲ ਹੋ ਗਿਆ। ਉਹ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਅੰਦਰ ਚੂੜੀ ਲੰਘ ਜਾਏ, ਸਾਨੂੰ ਉਹ ਅਮਲ ਹੋ ਜਾਏ, ਫਿਰ ਅਸੀਂ ਬਚ ਸਕਦੇ ਹਾਂ ਦੁਨੀਆ ਤੋਂ। 1 ਘੰਟਾ ਨਾਮ ਸਿਮਰਨ, ਹਰ ਜੀਵ ਪ੍ਰਤੀ, ਹਰ ਘਰ ਪ੍ਰਤੀ 1 ਪਾਠ, ਦਸਮ ਜਾਂ ਆਦ ਦਾ 1 ਮਹੀਨੇ ਦਾ, ਇਹ ਜ਼ਰੂਰ ਕਰਿਆ ਕਰੋ। ਇਹ ਇੱਥੋਂ ਲੈ ਕੇ ਤੁਸੀਂ ਇੱਥੇ ਆਇਓ, ਕੋਈ ਜਲੇਬੀਆਂ ਲੈ ਜਾਂਦਾ, ਕੋਈ ਲੱਡੂ ਲੈ ਜਾਂਦਾ, ਕੋਈ ਹੋਰ ਚੀਜ਼ ਲੈ ਜਾਂਦਾ, ਇਹ ਚੀਜ਼ ਲੈ ਕੇ ਜਾਓ ਜਿਹੜੀ ਨਾਲ ਜਾਣ ਵਾਲੀ, ਜਿਹੜੀ ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਸੰਸਾਰ ਮੈਂ
ਸਤਿਕਾਰਯੋਗ ਸਾਧ ਸੰਗਤ ਮਨ ਬਿਰਤੀ ਇਕਾਗਰ ਕਰਨ ਲਈ ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਪ੍ਰਸਾਦ। ਆਪ ਨੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਨੌਵੇਂ ਸਤਿਗੁਰਾਂ ਦੇ ਲੋਕ ਸੁਣੇ, ਦਸਮ ਪਾਤਸ਼ਾਹ ਦੇ ਭੋਗਾਂ ਦੇ ਵਕਤ ਜਿਹੜੀ ਹਕਾਇਤ ਉਹ ਸੁਣੀ। ਤੁਸਾਂ ਹਰ ਆਦਮੀ ਇਹ ਚਾਹੁੰਦਾ ਹੈ ਕਿ ਸਮੇਂ ਦੇ ਮੁਤਾਬਕ ਸਾਰੀ ਚੀਜ਼ ਹੋਣੀ ਚਾਹੀਦੀ ਹੈ। ਸਮੇਂ ਦੇ ਮੁਤਾਬਕ ਕਾਰਾਂ ਚਾਹੀਦੀਆਂ ਨੇ, ਹਵਾਈ ਜਹਾਜ਼ ਚਾਹੀਦੇ ਨੇ, ਸਾਰਾ ਕੁਝ ਚਾਹੀਦਾ ਹੈ। ਪਰ ਨਾਲ ਹੀ ਇਹ ਸਮੇਂ ਦੇ ਮੁਤਾਬਕ ਇਹ ਵੀ ਚਾਹੀਦਾ ਕਿ ਅਗਲਾ ਸਮਾਂ ਕੀ ਆਉਣ ਵਾਲਾ ਉਹਦੇ ਵਾਸਤੇ ਅਸੀਂ ਕੀ ਸੋਚ ਰਹੇ ਹਾਂ। ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਪਾਕਿਸਤਾਨ ਬਣਨ ਵੇਲੇ ਸਭ ਨੂੰ ਆਖਿਆ ਸੀ ਵੀ ਇੱਥੋਂ ਨਿਕਲਿਓ, ਜੇ ਮੇਰੀ ਗੱਲ ਨਾ ਸੱਚੀ ਹੋਈ ਤਾਂ ਵਾਪਸ ਮੁੜ ਆਇਓ। ਪਰ ਜਿਹੜੇ ਸਤਿਗੁਰਾਂ ਦੇ ਹੁਕਮ ਅਨੁਸਾਰ ਆ ਗਏ ਉਹ ਸੌਖੇ ਰਹੇ, ਜਿਹੜੇ ਨਹੀਂ ਆਏ ਉਹਨਾਂ ਨੂੰ ਤਕਲੀਫਾਂ ਆਈਆਂ। ਉਹਨਾਂ ਸਤਿਗੁਰਾਂ ਦਾ ਇਹ ਹੁਕਮ ਹੈ ਕਿ ਅੱਗੇ ਚੱਕੀ ਚੱਲੀ, ਹੁਣ ਖਰਾਸ ਚੱਲਣਾ। ਤੁਸੀਂ ਸਮਝ ਲਓ ਵੀ ਖਰਾਸ ਦਾ ਚੱਕੀ ਦਾ ਕਿੰਨਾ ਫਰਕ ਹੈ। ਹੁਕਮ ਹੈ ਜਿਹਦਾ ਨਾਮ ਜਪੇਗਾ ਉਹ ਬਚੇਗਾ। ਤੁਸੀਂ ਆਪ ਸੋਚ ਲਓ। ਇੱਥੇ ਇੱਕ ਕਿਤਾਬ ਸਰੂਪ ਸਿੰਘ ਅਲਗ ਹੋਰਾਂ ਨੇ ਦਿੱਤੀ ਹੈ, ਉਹਦੇ ਲਿਖਿਆ ਗੁਰੂ ਗ੍ਰੰਥ ਸਾਹਿਬ ਪਰਿਚੈ, ਅਤੇ ਉਹਦੇ ਸਾਰੇ ਬਾਣੀ ਵਿੱਚ ਨਾਮ ਸਿਮਰਨ ਵਾਸਤੇ ਲਿਖਿਆ। ਪਤਾ ਨਹੀਂ ਇਹਨਾਂ ਨੇ ਲਿਖਿਆ ਹੀ ਹੋਣਾ ਉਹਦੇ ਵਿੱਚ। ਜੇ ਤੁਸੀਂ ਪੜ੍ਹੀ ਜਾਓ, ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਕੀ ਗਤ ਕਹੀ ਨਾ ਜਾਏ, ਤੇ ਮੰਨਿਆ ਕੁਛ ਵੀ ਨਾ ਜਾਵੇ। ਪੜ੍ਹਿਆ ਮਤ ਪਾਪਾ ਕਹਿ ਸੰਗ, ਉਹ ਧੋਪਾ ਨਾਵਾ ਕਹਿ ਰੰਗ। ਇਹ ਤੁਕ ਜਿਹੜੀ ਹੈ ਨਾ ਇਹ ਨਾਮ ਹੈ ਅਤੇ ਨਾ ਇਹ ਮਤ, ਨਾ ਇਹ ਪਾਪ ਨੇ। ਇਹ ਦੱਸਿਆ ਕਿ ਇਹ ਪਾਪ ਜਿਹੜੇ ਨੇ ਸਾਡੇ ਧੁੱਪਣੇ ਨੇ ਨਾਮ ਦੇ ਨਾਲ। ਤੁਸੀਂ ਸੱਚ ਦੱਸੋ, ਤੁਸੀਂ ਇੱਥੇ ਬੈਠੇ ਹੋ, ਕਿੰਨੇ ਸਰੀਰ ਨੇ ਜਿਨ੍ਹਾਂ ਨੇ ਭਜਨ ਪੁੱਛਿਆ, ਜਿਹੜੇ ਮਾਂ ਸ਼ਰਾਬ ਨਹੀਂ ਖਾਂਦੇ ਪੀਂਦੇ, ਜਿਹੜੇ ਨਾਮ ਜਿਹੜੇ ਪੁੱਛ ਕੇ ਕਰਦੇ ਨੇ ਸਭ ਦੇ ਹੁਕਮ ਅਨੁਸਾਰ। ਇੱਧਰ ਵੇਖੋ, ਕੋਈ ਪਾਕਿਸਤਾਨ ਬਣਿਆ, ਮੁਸਲਮਾਨ ਕਿੰਨੇ ਸਾਰਾ ਕੁਝ ਕਰਦੇ ਨੇ, ਜ਼ੁਲਮ ਕਰਦੇ ਨੇ, ਦੱਸਦੇ ਨੇ, ਅਤੇ ਪਰ ਉਹ ਆਪਣੇ ਥਾਂ ਕੋਈ ਮੁਸਲਮਾਨ ਮੇਰਾ ਨਹੀਂ ਖਿਆਲ ਲੱਭੇ ਕਿ ਜਿਹਦੀ ਸੁਨਤ ਨਾ ਹੋਈ ਹੋਵੇ। ਹੁਣ ਤਾਂ ਫੈਸ਼ਨ ਆ ਗਿਆ ਬੜਾ, ਨਮਾਜ਼ ਨਹੀਂ ਪੜ੍ਹਦੇ ਨੇ। ਬਹੁਤ ਸਾਰੇ ਮੁਸਲਮਾਨ ਜਿਹੜੇ ਨੇ ਅਜੇ ਵੀ ਸਾਡੇ ਨਾਲੋਂ ਜ਼ਿਆਦਾ ਨਮਾਜ਼ ਪੜ੍ਹਦੇ ਨੇ। ਪਰ ਅਸੀਂ ਕਿੰਨੇ ਕੁ ਧਰਮ ਦੇ ਉੱਤੇ ਚੱਲਦੇ ਹਾਂ, ਸਤਿਗੁਰਾਂ ਦੇ ਹੁਕਮ ਅਨੁਸਾਰ ਚੱਲਦੇ ਹਾਂ। ਮੈਂ ਸਿਰਫ ਤੁਹਾਨੂੰ ਇਹ ਚੇਤਾਵਨੀ ਦੇਣੀ ਹੈ ਕਿ ਹੁਣ ਖਰਾਸ ਚੱਲਣਾ, ਤਾਂ ਉਹਦੇ ਬਚਾਅ ਵਾਸਤੇ ਤਗੜੇ ਹੋ ਕੇ ਉੱਦਮ ਕਰੋ, ਭਜਨ ਕਰੋ, ਬਾਣੀ ਪੜ੍ਹੋ, ਈਰਖਾ ਦੁਆਇ ਛੱਡੋ। ਜਿਹੜਾ ਵਕਤ ਸਿਨਮਿਆਂ 'ਤੇ ਲਾਉਣਾ ਉਹ ਸਿਮਰਨ 'ਤੇ ਲਾਓ, ਨਾਮ ਸਿਮਰਨ 'ਤੇ ਲਾਓ। ਆਪਣੇ ਬੱਚਿਆਂ ਨੂੰ TV ਵੇਖਣ ਤੋਂ, ਸਿਨੇਮਾ ਵੇਖਣ ਤੋਂ ਪਰਹੇਜ਼ ਕਰਾਓ। ਉਪਨਿਆਸ ਜਿਹੜੇ ਗਲਤ ਨੇ ਉਹ ਪੜ੍ਹਨ ਤੋਂ ਪਰਹੇਜ਼ ਕਰਾਓ ਉਹਨਾਂ ਨੂੰ। ਕਈ ਆਦਮੀ ਸੋਚਦੇ ਨੇ, ਕਹਿੰਦੇ ਨੇ ਕਿ ਖਾਣ ਪੀਣ 'ਚ ਕੀ ਪਿਆ, ਹਰ ਇੱਕ ਦਾ ਖਾ ਪੀ ਲੈਣਾ ਚਾਹੀਦਾ। ਖਾਣਾ ਪੀਣਾ ਤਾਂ ਇੱਕ ਐਸੀ ਚੀਜ਼ ਹੈ ਜਿਹੜਾ ਅੰਦਰ ਜਾਂਦਾ ਹੈ। ਕਿਸੇ ਦੀ ਕਿਰਤ ਕੀਤੀ, ਗਲਤ ਕਿਰਤ ਕੀਤੀ ਸਾਡੇ ਅੰਦਰ ਜਾਂਦੀ ਹੈ। ਜਾ ਕਾ ਛਕੈ ਪ੍ਰਸਾਦ, ਸਿੱਖ ਨਹੀਂ ਮੇਰਾ ਆਦ ਜੁਗਾਲ। ਗੁਰੂ ਗੋਬਿੰਦ ਸਿੰਘ ਦਾ ਹੁਕਮ, ਜਾ ਕੀ ਰਹਿਤ ਨ ਜਾਣੀਆਂ, ਗੁਰਮੰਤਰ ਨਹੀਂ ਕੀਤ ਉਨਕਾ ਭੋਜਨ ਖਾਏ ਕੈ ਬਿਸਰਾ ਹਰਿ ਜਪੁ ਪ੍ਰੀਤ। ਇਹ ਤਾਂ ਅੰਦਰ ਜਾਣ ਵਾਲੀ ਚੀਜ਼ ਹੈ। ਪਰ ਤੁਸੀਂ ਇਹ ਸੱਚ ਦੱਸੋ, ਜਦੋਂ ਤੁਸੀਂ ਬਾਜ਼ਾਰ ਵਿੱਚ ਜਾਂਦੇ ਹੋ, ਕਿਸੇ ਸਾਧੂ ਨੂੰ ਵੇਖਦੇ ਹੋ ਤਾਂ ਤੁਹਾਡਾ ਮਨ ਕਿਸ ਤਰ੍ਹਾਂ ਦਾ ਬਣਦਾ। ਜੇ ਸਿਨੇਮੇ ਦੀ ਤਸਵੀਰ ਲੱਗੀ ਤੁਸੀਂ ਵੇਖਦੇ ਹੋ ਤਾਂ ਉਹ ਤੁਹਾਡੇ ਅੰਦਰ ਤਾਂ ਨਹੀਂ ਜਾਂਦੀ, ਲੇਕਿਨ ਉਹ ਕੀ ਕੁਛ ਅੰਦਰ ਕਰ ਦਿੰਦੀ ਹੈ ਇਹ ਤੁਸੀਂ ਸੋਚ ਲਓ। ਕੰਨਾਂ ਨਾਲ ਅਸੀਂ ਉਹ ਗਲਤ ਆਵਾਜ਼ਾਂ ਸੁਣਦੇ ਹਾਂ ਅਤੇ ਸਾਡੇ ਅੰਦਰ ਕਿਸ ਤਰ੍ਹਾਂ ਦੀ ਖਲਬਲੀ ਪੈਦਾ ਹੁੰਦੀ ਹੈ। ਇਸੇ ਵਾਸਤੇ ਸਤਿਗੁਰਾਂ ਨੇ ਬਾਣੀ ਵਿੱਚ ਲਿਖਿਆ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵੋ, ਤੇ ਬੋਲ ਅਜਾਏ। ਰੇ ਮਨ ਰਾਮ ਸਿਓ ਕਰ ਪ੍ਰੀਤ, ਸ਼ਰਵਣ ਗੋਬਿੰਦ ਗੁਣ ਸੁਣਾਓ, ਹਰ ਗਾਓ ਰਸਨਾ ਗੀਤ। ਜਿਹੜੀ ਚੀਜ਼ਾਂ ਨਹੀਂ ਕਰਨ ਵਾਲੀਆਂ ਉਹ ਵੀ ਲਿਖੀਆਂ, ਜਿਹੜੀਆਂ ਕਰਨ ਵਾਲੀਆਂ ਨੇ ਉਹ ਵੀ ਲਿਖੀਆਂ। ਪ੍ਰਾਣ ਸੁਖਦਾਤਾ ਜੀ ਸੁਖਦਾਤਾ, ਤੈ ਕਹਾ ਵਿਸਾਰਿਓ ਗਿਆਨਤ, ਓਛਾ ਮਰ ਚਾਕ ਭਏ ਤੁਮ ਬਾਵਰ, ਦੁਲਭ ਜਨਮ ਅਕਾਰਤ। ਰੇ ਨਾਲ ਐਸੀ ਕਰਹਿ ਇਆਨਤ, ਤਜ ਸਾਰਿੰ ਧਰ, ਭ੍ਰਮ ਤੂੰ ਭੂਲਾ ਮੋਹ ਲਪਟਿਓ, ਦਾਸੀ ਸੰਗ ਸਾਨਤ। ਇੱਕ ਹੋਰ ਜਗ੍ਹਾ ਗੁਰੂ ਸਾਹਿਬ ਨੇ ਲਿਖਿਆ, ਜੋ ਪੜ੍ਹਾਇਓ ਸੋਈ ਆਪਣਾ, ਜੋ ਤਜ ਛੋਡਣ ਤਿਸ ਸਿਓ ਮਨ ਰਚਨਾ। ਕਹੋ ਗੁਸਾਈ ਮਿਲਿਆ ਇਹ, ਸਾਡਾ ਮਿਲਣਾ ਕਿਸ ਤਰ੍ਹਾਂ ਹੋ ਸਕਦਾ? ਜੋ ਵਿਵਰਜਿਤ ਤਿਸ ਸਿਓ ਨੇ, ਜਿਹੜੀ ਚੀਜ਼ ਸਾਨੂੰ ਬੰਦ ਕੀਤੀ ਉਹਦੇ ਨਾਲ ਸਾਡਾ ਪਿਆਰ ਹੈ। ਜੋ ਵਿਵਰਜਿਤ ਤਿਸ ਸਿਓ ਨੇ,
झूठ बात साची कर जाती, सच होवन मन लगा रहती। बावै मार्ग टेढ़ा चलना, सीधा छोड़ पुठा बोलना, ये हालत है साडी। पर जे सत्संग किया जाए, उन्होंने साधुओं की संगत की जाए जी सीधे पासे लाउन, उन्होंने पुस्तकों की संगत की जाए, पुस्तक पढ़िया जान जिन्हों में लिखा हो, साधुओं की संगत करो, सतगुरां की शरण जाओ, नाम सिमरन करो। यह समा पता नहीं किस दिन चला जाना। एक महात्मा ने लिखा, अजकल के चाहते नहीं ओढ़क दिनी दसी, ये सुहावे बाग में होंगे ना ही। साढ़े सामने कई चले जाते हैं। ये चीज़ ये नहीं कि काम बंद करना है, ध्यान करो तगड़े होके, पर भजन बाणी नाल करो। ये समझो ये साड़ी चीज़ नहीं, ये परिवार ये चुप करके चले ही जाना किसी दिन। जो ये पता भी है स्टेशन पर जाके इस सवारी ने उतरना है, वो सवारी ये समझे कि मैं नहीं उतरना, और टिकट मुक्की तो उतरना ही पड़ेगा सारा। तो तगड़े होके उदम करो, भजन करो, बाणी पढ़ो। सारे लुधियाने निवासी जिहड़े हो तुसीं अपने अंकड़े कढ़ दिओ भई किन्ने शरीर ने लुधियाने विच ते उन्हां नूं रोटी किन्नी मिलदी है, दुੱਧ किन्ना मिलदा है, कपड़ा किन्ना मिलदा है, किन्ने गरीब ने उन्हां 'ਚ। पर ये भी अंकड़े कढ़िया करो भी लुधियाने विच किन्ने क आदमी ने जिहड़े शराब मास नहीं खाते पींदे, किन्ने क आदमी ने जिहड़े तड़के उठ के भजन करते हैं, किन्ने बजे उठ के करते हैं। उस प्रभु का नाम जिसका दिया पहने खाए, जिससे वो आलस क्यों मने माए। जिसकी कृपा का तुम साह आता है, तुरे फिरदे हैं, ये प्रसाद आरोग कंचन दे, तुरे फिरदे हैं, उसका कदे चिंतन नहीं करते, वो सानू याद नहीं आता। जो कोई शरीर मंजे से डिग पैंदा है, बह जाता है, फिर उन्हें चेता आता है थोड़ा बड़ा इस गल का। तो मैनू बड़ी खुशी है कि तुसीं उस लुधियाने के निवासी हो जिस जिले में सतगुरु राम सिंह सच्चे पातशाह ने कृपा करके अपना प्रकाश किया, सारी दुनिया को चानण उन्होंने दिता। सिर्फ भारत वर्ष आज़ाद नहीं होया, इस तो बाद किन्ने देशों ने इस गल तो सिक्ख्या लैके नाम वरतों की, जिस तो महात्मा गांधी जी ने ली, तो होर सारे लीडर ने, सारे देश जोड़े ने वो हौली 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 बगैर हथियार चलाया, इस वड्डे हथियार नाल सफल हुए, कामयाब हुए। सब तो वड्डी चीज़ है से नाम सिमरन करनगे, उन्होंने अगे जाके जिनको मिला है वड्याइया सद खुशिया सद जाओ, जन्म के निकला जन्म सच्चा नाओ। मैं ये कर दिया। मानयोग महाराजा ग्वालियर और जगदीश जी और आए सारे प्रतिष्ठित सज्जनों, सब तो पहलों जिन्हों का असीं दिन मना रहे हैं, मैं हिंदी में बोलांगा, कोशिश कराँगा। माधव राव जी बैठे ने। सबसे पहले जिनका हम दिन मना रहे हैं सतगुरु राम सिंह जी का प्रकाश उत्सव, तो उनके लिए मैं सबको कहूँगा कि सब एक बार ये कहो कि धन सतगुरु राम सिंह। हमारे गुरबानी का उपदेश है कि सतगुरु को धन कहना अपने कितने फायदे के लिए है। एक ऐसी जगह है जिसमें जिस संकट में दुनिया की कोई भी ताकत मदद नहीं कर सकती, वो क्या है? वो है जब इस शरीर को आदमी छोड़ता है तो पकड़ चलाए दूर जम किसे न देनी फेर। बानी में ऐसा लिखा है कि जिन्नी तुझनो धन कहा तेन जम नेड़ ना आया। सतगुरु राम सिंह का दिन मनाना जोड़ा सतगुरु कृपा कर वो हमारे अंदर में आवे, और जो हमारे व्यसन है। सतगुरु राम सिंह जी ने क्या किया, सबसे पहले जब भारत को आज़ाद कराने की बात शुरू की तो पहले जिन लोगों ने भारत की आज़ादी के लिए लड़ना था, पहले उनका शरीर आज़ाद करवाया उन व्यसनों से जो उनके अंदर उनको जकड़ रहे थे, उनको
तकलीफ दे रहे थे। ये काम, क्रोध, लोभ, मोह, अहंकार से आजाद करा दिया। एक वाणी में तुक लिखी है, पंक्ति है एक, जिन मिल मारे पंच सूर वीर ऐसो कौन बली रे। एक संत जीवन सिंह जी हुए हैं अमृतसर जिला सरहाली के, दीवान लगा हुआ था, रागी शब्द पढ़ रहे थे, तो उन्होंने कहा कि मैं हूं जिसने ये इनको सगुरु राम सिंह की कृपा से जीत लिया है। बहुत मुश्किल बात है, एक व्यसन जो है छोड़ना बहुत मुश्किल है, लेकिन सगुरु राम सिंह ने ऐसे पता नहीं कितने सिख बना दिए जो इनके ऊपर राज कर रहे थे। वो उनके ऊपर अंदर ले जो व्यसन है वो राज नहीं कर सकते थे। एक बार की बात है, बाबा सोहन सिंह पखना का नाम बहुत आदमी ने सुना होगा। वो देशभक्तों में बहुत काम किया है उन्होंने, वो पहले नामधारी थे। एक बार दो लड़कियां ईस्ट जर्मनी की, हेल्गा मेयर एक का नाम था, दूसरा नाम मुझे याद नहीं रहा, वो उनके पास आई तो उन्होंने हमारा जिक्र किया। तो वो कहने लगे वो कौन लोग हैं। तो हमारे पास, हमारे हेडक्वार्टर में वो लड़कियां गईं। तो मैंने पूछा आप कैसे आई। उन्होंने कहा कि बाबा सोहन सिंह ने कहा है कि हमें वहाँ से रोशनी मिली है। तो बाबा सोहन सिंह जी कहते थे कि असल राज वो है जो सदगुरु राम सिंह ने दिया, जिसमें लालच नहीं है, किसी का मोह नहीं है, किसी का पक्षपात नहीं है। वो असल राज है। जितनी देर वो नहीं होता हम लोग आज़ाद नहीं होते। माधवराव जी आपके शायद पिताजी होंगे मेरा ख्याल में। मेरे पिता सदगुरु प्रताप सिंह जी के समय में वो घोड़े को बहुत शौकीन थे और सदगुरु प्रताप सिंह जी के घोड़े भी थे। तो आपके बुजुर्गों का जिक्र आता रहता था। एक बार ग्वालियर में मेरे को जाने का समय मिला। मेरा ख्याल आपके माता जी थे, उनसे मैं मिला। बहुत उनके साथ संबंध, उनका प्रेम हो गया। तो आप जब भी कभी मिलते हैं, एक संगीत समारोह में मिले तो मंच से उठकर नीचे आकर उन्होंने नमस्कार की। ये भारत की परंपरा है। और आप अच्छी तरह जानते होंगे कि माधवराव जी कांग्रेस में है और इनके माता जी शायद बीजेपी में हैं। लेकिन जब माता जी इनको मिलते हैं, कभी जाते हैं, तो उनका जूता उठाकर उनके सामने रखते हैं। ये भारत की परंपरा है। और मैंने अभी हॉकी की टीम का जिक्र किया था कि ये कशहरे और पगड़ी से खेलते हैं। इसका मतलब ये है कि भारत की जो संस्कृति है उसको हम जीवित रखना चाहते हैं। ये भारत का ही पहरावा है। पंजाब भारत से बाहर नहीं है। नामधारी जो है सिखों से बाहर नहीं है। वो सिख जो है वो पंजाब के हैं, नामधारी पंजाब के हैं। तो जहाँ भी यूरोप में बाहर भी कहीं जाते हैं, कशहरे और पगड़ी से खेलते हैं ये लोग। और सुबह उठकर नाम सिमरन करते हैं, शाम को अपना पाठ करके फिर सोते हैं। ये कोशिश करते हैं हम लोग जो गुरबानी में अंकित है उसके साथ हमारा जीवन हो सके। बहुत देर की बात है, कलकत्ता में एक कम्युनिस्ट लीडर मरा तो उसकी जीवनी छपी। तो उसमें ये छपा था कि वो हर रोज़ अपने कम्युनिज्म की किताब पढ़ता था, देखता था कि मेरा और इसका क्या फ़र्क है, मैं कितना नज़दीक जा सका हूँ अपने असूलों के। तो हम भी पढ़ते हैं, कोशिश करते हैं कि अपने सदगुरु को जो गुरबानी में अंकित है उसके अनुसार माना जाए। तो सतगुर जिस हृदय हर नाओ, अनेक बार गुरु को बल जाओ। ये तुक जिहड़ी है ये गुरु नहीं हैगा, लेकिन उन्होंने तारीफ लिखी है कि ऐसा सतगुरु है जिसके हृदय विच नाम है। तो इसी असूल को देखकर सतगुरु राम सिंह सच्चे पातशाह ने सारे पंजाब में जहाँ गुरबानी की भीड़ खस्ता हालत में पड़ी थी उसको निकाला, उसको सिखों को बताया कि इसमें इसको पढ़ो और अपना जीवन इसके साथ बनाओ। और सबसे पहले जो
छापे खाने में, पत्थर के छापे में छपा लाहौर में, वो भी सदगुरु राम सिंह की आज्ञा से छपा। उसका टाइटल मेरे पास है, जिसमें जिसके ऊपर लिखा है कि सदगुरु जी की आज्ञा से ये छपाया गया। मैं आपको बताऊँ तो कोई असूल, हवाई जहाज बनाने का असूल लिखा हुआ है किताब में, वो पढ़ लिया लेकिन उसको अपनाया नहीं तो हवाई जहाज बन नहीं सकेगा। अपना कैसा जीवन चाहिए वो गुरबानी में पढ़ लिया है तो उसके ऊपर अभ्यास नहीं किया तो वो नहीं बन सकता। उन लोगों को मिलना चाहिए जो ये बात बताएं कि गुरबानी में ये लिखा है, हम ऐसा करते हैं, आप कैसा करते हैं, मेरी दुकान साबुन की है और आपकी दुकान कपड़े की है, कैसी चल रही है, उसको कैसा, क्या तरीका अख्तियार करना चाहिए जिससे हम आगे बढ़ा सकें। तो क्या होता है, जो लोग शराब पीने वाले हैं, जो गलत काम करने वाले हैं, वो तो सब इकट्ठे होते हैं। वो देखते नहीं है ये मुसलमान है, ये हिंदू है, ये ईसाई है, सब लोग इकट्ठे हो जाते हैं। हम ये देखना शुरू कर देते हैं कि ये सिख है, इसने बात कही, ये गलत है, ये हिंदू है, इसने बात कही, ये गलत है। मेरे को एक बार मौका मिला, मैं वर्ल्ड पीस काउंसिल में काम करता था, तो उसमें रूसी लोग बहुत आते थे। तो यहाँ दिल्ली में मेरे को याद नहीं कौन सी बिल्डिंग थी, उसमें एक तरफ तो हमारी वो मीटिंग चल रही थी, एक तरफ थी जनसंघ की। तो वो लोग मेरे को जानते थे, उन्होंने कहा आप इनके साथ कैसे काम करते हो। तो मैंने कहा ये तो ऐसी बात है, एक घर को आग लग जाए तो कोई ईसाई या मुसलमान आ जाए तो सिख लोग कहें तू मुसलमान है, सिख है, मेरे पानी नहीं डालना है इसके ऊपर। तो वो लोग अमन के लिए काम कर रहे हैं, तो अमन तो हमें भी चाहिए, इसलिए मैं उनके साथ हूँ। गौ रक्षा में काम करते हैं आप लोग, तो हम आपके साथ हैं। तो सदगुरु प्रताप सिंह जी ने गौओं की नस्ल ऐसी अच्छी बना दी। जो लोग ये कहते थे कि जो लोग लेक्चर करते हैं गौओं के लिए, उनको गौओं के लिए जानकारी नहीं है, तो सदगुरु प्रताप सिंह जी ने ऐसी नस्ल कायम कर दी। एक उसको कहते हैं साहिवाल ब्रीड, जो मंटकुमरी की तरफ से पहले आई और हमारे पास अब है। उसमें सदगुरु जी की गौशाला की गाय ने 63 पाउंड 37 केजी के करीब एक दिन का दूध निकाला, और उसका 300 दिन का 881 पाउंड 3 औंस उसका मक्खन हुआ। ये समझिए कि अगर वो पूरा 900 हो जाए तो 3 पाउंड रोज़ की औसत बैठ जाती है मक्खन की, गाय की। ऐसी अच्छी नस्ल बना दी। सारे भारतवर्ष से सबसे ज़्यादा दूध देने वाली सदगुरु प्रताप सिंह जी की गौशाला की गाय। हरियाणा की गाय जो जिसको माना जाता है दूध और बैल देने वाली, डुअल पर्पस। बाहर के देशों में जाएं तो वो मांस और दूध की बात करते हैं, लेकिन हमारे वो बैल और दूध की बात। हरियाणा नस्ल की गाय ने तीसरे बयान में 28 केजी दूध किया, सर्व भारत में वो अव्वल आई। तो सदगुरु प्रताप सिंह जी ने ये काम किया, और एक ऐसा काम किया जो मेरे ख्याल में भारतवर्ष में किसी ने नहीं किया। वो क्या था, जब देश का बंटवारा होने वाला था तो पहले कुछ अपने जथेदारों को, कुछ अपने सेवकों को भेजा वेस्ट पंजाब में कि सब लोग इधर आ जाओ, अगर हमारी बात सही ना हुई तो फिर वापस चले जाना। फिर उसके बाद मेरे को भेजा, तो जैसे उनको चैन नहीं आया, फिर वो अपने आप खुद भी गए। कर्फ्यू लगे और बंदूक का गोलियां चल रही थी, कटाबटी हो रही थी, तो खुद सदगुरु जी गए। उन्होंने कहा जरूर निकल जाओ इस तारीख से पहले, अगर मेरी बात ना सच्ची हुई तो फिर वापस आ जाना। इस बात को एक बार सरदार प्रताप सिंह कैरों ने कहा, कूक्यो तुसी सच्चे, तुसी सच्चे, तुसी सच्चे। पूछा क्या? उन्होंने कहने लगा कि जो तुमने कहा था वो बात होगी। और सदगुरु प्रताप सिंह जी ने अपने नामधारियों को जिला हिसार सिरसा में पाकिस्तान बनने से पहले बसा दिया। वहाँ एक ज़मीन मोल ले दी। उनको पता था कि ये काम बनना है और मुश्किल आएगी उनको। उसके बाद पार्टीशन जब हुआ तो सब लोगों को इधर बसा दिया। पता नहीं 20 गांव हैं, जब 50 हैं,
वहाँ नामधारी हैं इकट्ठे सारे। तो एक आदेश दिया कि कोई भी नामधारी किसी मुसलमान को नहीं मारेगा। और ऐसा हुआ कि एक कैंप में मुसलमान थे और हमारे नामधारी दूसरे बाहर से उधर से आ रहे थे, वो कैंप में बैठे हुए थे, जो मुसलमान लोग थे वो उनको मार रहे थे। तो अपने तरीके से सुबह उठने के लिए 4 बजे 3 बजे कुछ नामधारी लोग कुएं के ऊपर नहाने के लिए गए। तो मुसलमान ने कहा ये निकला है, इनको मार दो। तो उनसे पूछा तुम कौन हो? उन्होंने कहा हम नामधारी हैं। उन्होंने कहा इनको नहीं मारना, इन्होंने हमारा कोई आदमी नहीं वहाँ मारा। तो बहुत से लोग जो थे उन्होंने मकानों की खिड़कियाँ उखेड़ ली या बहुत कुछ किया, लूट मार की। हमारे आदमियों ने भी जो इधर के रहने वाले हिंदू सिख थे, लेकिन उन्होंने देखा कि जिस मकान की खिड़की मैं काट रहा हूँ, जो इस मकान में आएगा वो मेरा भाई है। लेकिन सगरू जी ने ये काम किया और पता नहीं कितने लाख रुपया इस काम में खर्चा किया, तो किसी से नहीं लिया वो। तो मैं आपको सबको ये कहना चाहता हूँ कि आज के दिन से किसी को कहने की ज़रूरत नहीं, अपने अंदर जो बुराई है किसी के लिए वो हम मिटा दें। तो गुरबानी की ये पंक्ति बिल्कुल सही है, मन अपने से बुरा मिटाना पेख है सगल श्रेष्ठ साजना। पर का बुरा न राखो चीत, तुमको दुख नहीं पाई भी। अपना दुख मिटाने वास्ते ये कर लेना चाहिए, मेरे को दुख नहीं होगा जब मैं किसी की बुराई नहीं सोचूंगा। तो सदगुरु राम सिंह जी ने इस दिन, आज के दिन में जो अवतार लिया, तो सिर्फ यही नहीं कि वो पंजाब के लिए लिया, वो भारत के लिए, वो सारी दुनिया के लिए लिया। और पंडित सुंदरलाल जी का नाम आप सब लोगों ने सुना होगा, बहुत अच्छे इतिहासकार थे। वो कहा करते थे सदगुरु राम सिंह मेरे दादा गुरु हैं। फिर अपने आप ही उन्होंने कहना, आप पूछेंगे मेरे दादा गुरु कैसे हैं? तो उन्होंने कहा कि मेरा गुरु महात्मा गांधी है, उसके गुरु सदगुरु राम सिंह है, जिन्होंने ये तरीका तैयार किया कि अहिंसा से सारा काम करना है। इसके बाद हिंदुस्तान आज़ाद हुआ, वो अफ्रीकन कंट्री, पता नहीं कितने कितने देश आज़ाद हुए। तो ऐसा है जैसे छोटे बच्चे ईंट रख देते हैं खड़ी करके, तो एक तरफ से हिलाते हैं तो सब ईंट एक तरफ हो जाती है। तो ये सदगुरु राम सिंह ने किया। तो मैं एक बार फिर आपका धन्यवाद करता हूँ जो आप सब लोगों ने समय दिया, और महाराजा ग्वालियर साहब और जगदीश जी तो हमारे बहुत अपने हैं। तो हम अपने का धन्यवाद नहीं करेंगे तो और कौन करेगा? हम नहीं करेंगे। तो हमें बहुत खुशी होती है सबको मिलकर। और फिर मैं एक बात कहूँगा, सब एक बार कहो, धन श्री सदगुरु राम सिंह। परम सत्कारयोग साध संगत, मानयोग मुख्यमंत्री जी ते होर आए प्रतिष्ठित सज्जनों, खास करके डॉक्टर जौहल साहब जिन्होंने बड़ी बारी याद करीदा, पर होर बहुत सारे याद करने वाले ਇਹੋ ਜਿਹੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਕਿਤੇ ਨਾ ਕਿਤੇ ਹੋਰ ਲੈ ਜਾਂਦੇ ਨੇ। ਉਹਨਾਂ ਦੀ ਲੱਤ ਨੂੰ ਤਕਲੀਫ ਵੀ ਸੀ, ਉਹ ਉਹਨਾਂ ਨੇ ਆ ਕੇ ਦਰਸ਼ਨ ਦਿੱਤੇ ਨੇ। ਉਹਨਾਂ ਨੇ ਥੋੜ੍ਹੇ ਜਿਹੇ ਸਮੇਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ। ਇੱਕ ਗੱਲ ਮੈਨੂੰ ਉਹਨਾਂ ਦੀ ਯਾਦ ਆਈ ਹੈ, ਹਾਸੇ ਵਾਲੀ ਵੀ ਅਤੇ ਸਹੀ ਵੀ ਜਾਪਦੀ। ਉਹ ਕਹਿੰਦੇ ਨੇ ਸਿੱਖ ਜਿਹੜਾ ਇਹ ਬੁੱਧੀਜੀਵੀ ਨਹੀਂ ਹੋ ਸਕਦਾ। ਇਹ ਦੋਵੇਂ ਪਾਸੇ ਲੱਗ ਜਾਂਦੀ ਗੱਲ। ਸਿੱਖ ਕਦੇ ਬੁੱਧੀਜੀਵੀ ਨਹੀਂ ਹੋ ਸਕਦਾ। ਉਹਦਾ ਕਾਰਨ ਇਹ ਹੈ ਵੀ ਸਿੱਖ ਦਾ ਮਤਲਬ ਇਹ ਹੈ ਵੀ ਤੂੰ ਸਿੱਖ, ਅਜੇ ਹੋਰ ਸਿੱਖ। ਜਦੋਂ ਇਹ ਸਿੱਖ ਹੀ ਨਹੀਂ ਸਕਿਆ ਤਾਂ ਉਹ ਬੁੱਧੀਜੀਵੀ ਤਾਂ ਹੋ ਸਕਦਾ ਜਿਹੜਾ ਸਭ ਕੁਝ ਪੜ੍ਹ ਲਿਖ ਜਾਵੇ। ਜਿਹੜਾ ਇਹ ਪੜ੍ਹਦਾ ਹੈ, ਲਿਖਦਾ ਹੈ, ਸਿੱਖਦਾ ਹੈ, ਉਹ ਬੁੱਧੀਜੀਵੀ ਵੈਸੇ ਹੀ ਨਹੀਂ ਹੋ ਸਕਦਾ। ਸੋ ਉਹ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਪੰਜਾਬੀ 'ਚ ਬੜੀਆਂ ਛੋਟੀਆਂ ਛੋਟੀਆਂ ਨੇ, ਬੜੀਆਂ ਭਾਵਪੂਰਤ ਦੱਸਦੇ ਨੇ। ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਭਈ ਗਾਬੜੀਆ ਜੀ ਜੈਸੇ ਗੋਲਵੜੀਆ ਜੀ ਆ ਕੇ ਸਾਡੇ ਵਿੱਚ ਸ਼ਾਮਿਲ ਹੁੰਦੇ ਨੇ
ਤੇ ਉਹਨਾਂ ਨੇ ਪਿਛਲੀ ਵਾਰੀ ਆਖਿਆ ਸੀ ਵੀ ਸਾਰੇ ਪਾਰਲੀਮੈਂਟ ਸਤਿਗੁਰੂ ਰਾਮ ਸਿੰਘ ਦੀ ਤਸਵੀਰ ਲੱਗਣੀ ਚਾਹੀਦੀ ਹੈ, ਸਾਰੀਆਂ ਸਟੇਟਾਂ ਦੇ ਜਿੱਥੇ ਹੈੱਡ ਬੈਠਣ ਉੱਥੇ ਹੋਣੀ ਚਾਹੀਦੀ ਹੈ ਅਸੈਂਬਲੀਆਂ ਵਿੱਚ। ਮੇਰਾ ਮਤਲਬ ਉਹ ਸਾਡੇ ਨਾਲ ਪੂਰਾ ਸਹਿਯੋਗ ਦਿੰਦੇ ਨੇ। ਇੱਥੋਂ ਤੱਕ ਤੁਸੀਂ ਹੁਣੇ ਜਿਹੜੇ ਇੱਥੇ ਬਿਸ਼ਪ ਸਾਹਿਬ ਆਏ ਸਨ, ਹਜ਼ਰਤ ਮਸੀਹ ਨੂੰ ਮੰਨਣ ਵਾਲੇ, ਉਹਨਾਂ ਦੇ ਵਿਚਾਰ ਤੁਸੀਂ ਸੁਣੇ ਨੇ। ਇੱਕ ਹੋਰ ਹੈਗੇ ਨੇ ਸਾਡੇ ਮੁਸਲਮਾਨ ਭਰਾ ਹਬੀਬੁਰ ਰਹਿਮਾਨ ਦੇ ਪੋਤੇ ਅਤੀਕੁਰ ਰਹਿਮਾਨ, ਉਹ ਸਾਡੇ ਨਾਲ ਬਹੁਤ ਸਹਿਚਾਰ ਰੱਖਦੇ ਨੇ। ਹਬੀਬੁਰ ਰਹਿਮਾਨ ਦੇ ਮੈਂ ਉਹ ਭੁੱਲ ਗਿਆ, ਫੋਟੋ ਮੈਂ ਭੇਜਿਆ ਮੰਗਵਾਉਣ ਵਾਸਤੇ। ਮੇਰਾ ਖਿਆਲ ਹੈ ਹਬੀਬੁਰ ਰਹਿਮਾਨ, ਪੰਡਿਤ ਜਵਾਹਰ ਲਾਲ ਜੀ, ਮਾਸਟਰ ਤਾਰਾ ਸਿੰਘ ਜੀ, ਸਤਿਗੁਰੂ ਪ੍ਰਤਾਪ ਸਿੰਘ ਜੀ, ਡਾਕਟਰ ਸੈਫੁਦੀਨ ਕਿਚਲੂ, ਕਿਸ ਤਰ੍ਹਾਂ ਦਾ ਮਾਹੌਲ ਸੀ ਵੀ ਸਾਰੇ ਬੰਦੇ ਇਕੱਠੇ ਸਨ, ਕੋਈ ਵਿਤਕਰਾ ਨਹੀਂ ਸੀ, ਕੋਈ ਲੜਾਈ ਨਹੀਂ ਸੀ, ਕੋਈ ਝਗੜਾ ਨਹੀਂ ਸੀ। ਕਾਹਦੇ ਵਾਸਤੇ? ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ, ਇਲਾਕੇ ਦੀ ਬਿਹਤਰੀ ਵਾਸਤੇ। ਇਸ ਵੇਲੇ ਕੋਸ਼ਿਸ਼ ਕੀਤੀ ਹੈ ਅਸਾਂ ਕਿ ਆਪਸ ਵਿੱਚ ਵਟਾਂ ਪਾ ਲਈਏ, ਵੰਡਾਂ ਪਾ ਲਈਏ। 1934 ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਇੱਥੇ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਕੀਤੀ ਸੀ। ਉਹਦੇ ਵਿੱਚ ਕੁਝ ਸੱਜਣਾਂ ਨੇ ਆਖਿਆ ਵੀ ਅਸੀਂ ਤਾਂ ਜਾਣਾ ਜੇ ਉੱਥੇ 10 ਪਾਤਸ਼ਾਹਾਂ ਦੀ ਅਰਦਾਸ ਹੋਵੇਗੀ। ਮੈਂ ਸਮਝਦਾ ਉਹਨਾਂ ਨੇ ਬਹੁਤ ਵੱਡੀ ਇੱਕ ਅੜਚਨ ਸਮਝ ਕੇ ਗੱਲ ਕੀਤੀ ਵੀ ਇਹ ਕਾਨਫਰੰਸ ਫੇਲ ਹੋ ਜਾਏਗੀ। ਪਰ ਸਤਿਗੁਰੂ ਬਹੁਤ ਮਹਾਨ ਹੁੰਦਾ ਹੈ। ਉਹਨਾਂ ਨੇ ਆਖਿਆ ਤੁਸੀਂ ਆਪਣੀ ਅਰਦਾਸ ਆਪਣੇ ਮੂੰਹ ਨਾਲ ਕਰਨੀ, ਭਾਵੇਂ ਇੱਕੋ ਦੀ ਕਰ ਲਓ, ਸਾਨੂੰ ਕੋਈ ਇਤਰਾਜ਼ ਨਹੀਂ, ਆਓ ਜ਼ਰੂਰ ਇੱਥੇ। ਉਹ ਜਿੰਨੇ ਦਿਨ 2 ਜਾਂ 3 ਦਿਨ ਇੱਥੇ ਕਾਨਫਰੰਸ ਜਾਰੀ ਰਹੀ। ਸਵੇਰੇ ਆਸਰੀਵਾਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਸਣ, ਚੌਰ ਸਭ ਕੁਝ ਹੁੰਦਾ ਸੀ। ਸ਼ਾਮ ਦੇ ਦੀਵਾਨ ਵਿੱਚ ਭਾਈ ਸਾਹਿਬ ਬਾਗੜੀਆਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਦੇ ਸਨ ਅਤੇ 10 ਪਾਤਸ਼ਾਹਾਂ ਦੀ ਅਰਦਾਸ ਕਰਦੇ ਸਨ। ਜੋ ਉਹਨਾਂ ਨੇ ਪੜ੍ਹਨਾ ਸੀ, ਜੋ ਆਖਣਾ ਸੀ, ਉਹ ਆਖਦੇ ਸਨ। ਸਾਨੂੰ ਕੋਈ ਇਤਰਾਜ਼ ਨਹੀਂ ਹੋਇਆ ਇਸ ਗੱਲ ਦੇ ਉੱਤੇ। ਸਾਡੇ ਸਟੇਜ ਨੂੰ ਕਿਤੋਂ ਤੇੜ ਨਹੀਂ ਆਈ, ਜੁੜ ਜ਼ਰੂਰ ਗਿਆ। ਉਹਦੇ ਨਾਲ ਫਾਇਦਾ ਹੋਇਆ, ਨੁਕਸਾਨ ਕੁਝ ਨਹੀਂ ਹੋਇਆ। ਔਰ ਇਸੇ ਤਰ੍ਹਾਂ ਹੀ ਜੇ ਦੂਜੇ ਪਾਸੇ ਵੀ ਹੋ ਜਾਵੇ, ਇੱਕ ਹੱਥ ਤਾੜੀ ਮਾਰੀ ਜਾਵੇ ਤਾਂ ਵੱਜਣੀ ਨਹੀਂ, ਜੇ ਦੂਜਾ ਨਾਲ ਹੋਵੇ ਤਾਂ ਸੌਖੀ ਵੱਜ ਜਾਂਦੀ ਹੈ। ਤੁਸੀਂ ਇਹ ਦੱਸੋ ਭਈ ਗੁਰੂ ਨਾਨਕ ਤੋਂ ਲੱਗ ਕੇ ਜੇ ਅਸੀਂ ਸਤਿਗੁਰੂ ਰਾਮ ਸਿੰਘ ਨੂੰ 12ਵਾਂ ਸਤਿਗੁਰੂ ਮੰਨਦੇ ਹਾਂ ਤੇ 10 ਤੋਂ ਪਹਿਲੇ ਜਿਹੜੇ ਨੇ ਉਹ ਸਾਨੂੰ ਮੰਨਣੇ ਪੈਂਦੇ ਨੇ। ਤੇ ਸਾਨੂੰ ਗੁਰੂ ਨਾਨਕ ਤੋਂ ਲੱਗ ਕੇ ਗੁਰੂ ਗੋਬਿੰਦ ਸਿੰਘ ਤੱਕ ਦੇ ਜਿਹੜੇ ਗੁਰੂ ਨੇ ਉਹਨਾਂ ਤੋਂ ਵਾਂਝਿਆ ਕਿਉਂ ਕੀਤਾ ਜਾਂਦਾ ਹੈ? ਅਸੀਂ ਕਿਸੇ ਗੁਰਦੁਆਰੇ ਜਾ ਕੇ ਦੀਵਾਨ ਨਹੀਂ ਲਾ ਸਕਦੇ। ਸੋ ਜੇ ਦੂਜੇ ਪਾਸੇ ਵੀ ਇਸ ਤਰ੍ਹਾਂ ਹੋ ਜਾਵੇ ਤੇ ਮੈਂ ਸਮਝਦਾ ਸਾਡੇ ਵਿਤਕਰੇ ਬੜੀ ਛੇਤੀ ਮੁੱਕ ਸਕਦੇ ਨੇ। ਤੁਸੀਂ ਬਹੁਤ ਕੁਝ ਸੁਣਿਆ ਤੇ ਵੇਖਿਆ। ਸਤਿਗੁਰੂ ਰਾਮ ਸਿੰਘ ਨੇ ਧਰਮ ਨੂੰ ਜਿਹੜਾ ਨਾ ਅਸਲੀ ਧਰਮ ਬਣਾ ਕੇ ਉਹਦੀਆਂ ਜਿਹੜੀਆਂ ਅਸਲੀ ਡੂੰਘਾਈਆਂ ਨੇ ਉਹਨਾਂ ਨੂੰ ਸਮਝਾਇਆ ਕਿ ਸਿੱਖ ਪੰਥ ਜਿਹੜਾ ਹੈ ਇਹ ਨਾਮ ਤੇ ਬਾਣੀ ਦੇ ਉੱਤੇ ਖਲੋਤਾ ਹੈ। ਇਹ ਵਿੱਚੋਂ ਥੱਲਿਓਂ ਕੱਢ ਲਈਏ ਤਾਂ ਕੁਛ ਨਹੀਂ ਦਿੰਦਾ। ਔਰ ਇਹਦੇ ਵਿੱਚ ਅੱਗੇ ਜਾ ਕੇ ਫਿਰ ਇਹ ਹੈ ਕਿ ਸ਼ਰਧਾ, ਜੇ ਸ਼ਰਧਾ ਕੱਢ ਦਿੱਤੀ ਜਾਵੇ ਤਾਂ ਫਿਰ ਕੁਛ ਨਹੀਂ ਦਿੰਦਾ, ਭਾਵੇਂ ਕਿੰਨੀ ਬਾਣੀ ਪੜ੍ਹੀ ਜਾਏ, ਕਿੰਨਾ ਭਜਨ ਕਰਦਾ ਜਾਵੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਇਲਾਹਾਬਾਦ ਕਿਲ੍ਹੇ ਵਿੱਚ ਬੈਠਿਆਂ ਸੂਬਿਆਂ ਨਾਲ ਭਜਨ ਕਰਦਿਆਂ ਸਤਿਗੁਰਾਂ ਨੇ ਆਖਿਆ ਕਿ ਬਾਣੀ ਬੜੀ ਚੀਜ਼ ਹੈ। ਇਹ ਆਖ ਕੇ ਤੇ ਫਿਰ ਥੋੜ੍ਹੇ ਜਿਹੇ ਪਿੱਛੋਂ ਆਖਣ ਲੱਗੇ ਨਾਮ ਬਹੁਤ ਵੱਡੀ ਚੀਜ਼ ਹੈ। ਤੇ ਜਿਹੜੇ ਨਾਮ ਜਪਣ ਵਾਲੇ ਸਨ, ਬਾਣੀ ਪੜ੍ਹਨ ਵਾਲੇ ਸਨ, ਉਹ ਬੜੇ ਖੁਸ਼ ਹੋਏ। ਪਰ ਫਿਰ ਆਖਣ ਲੱਗੇ ਵੀ ਨਾਮ ਵੀ ਤੋ ਹੀ ਹੈ। ਜਿਸ ਵੇਲੇ ਇਹ ਗੱਲ ਆਖੀ ਨਾ, ਜਿਹੜੇ ਨਾਮ ਜਪਣ ਵਾਲੇ ਸਨ ਉਹਨਾਂ ਨੇ ਉਹ ਪਿੱਟੇ ਬੜੇ ਇਸ ਗੱਲ ਤੋਂ ਵੀ ਹੋਰ ਕਿਹੜੀ ਚੀਜ਼ ਹੈ, ਸਾਨੂੰ ਦੱਸੋ। ਇੰਨੇ ਚਿਰ ਤੱਕ ਨਾਮ ਜਪ ਜਪ ਕੇ ਤੇ ਅਸੀਂ ਕਿੰਨੀ ਉਮਰ ਗਵਾ ਲਈ ਹੈ, ਤੇ ਹੋਰ ਕਿਹੜੀ ਚੀਜ਼ ਹੈ ਇਸ ਤੋਂ ਅੱਗੇ ਜਿਹੜੀ ਹੈ। ਸਤਿਗੁਰਾਂ ਨੇ ਹੁਕਮ ਦਿੱਤਾ, ਬਾਬਾ ਜੀ ਨਾੜ ਦੀ ਵੀ ਲੋੜ ਹੈ, ਬਾਣੀ ਦੀ ਲੋੜ ਹੈ। ਨਾੜ ਦਾ ਹੋਵੇ ਥੱਲੇ ਪਾਣੀ ਨਹੀਂ ਪਹੁੰਚਦਾ। ਸਿੱਟੇ ਦੀ ਲੋੜ ਹੈ, ਸਿੱਟਾ ਨਾਮ ਹੈ। ਸਿੱਟੇ ਦੇ ਵਿੱਚ ਜਿਹੜੇ ਤੋਹ ਨੇ ਉਹਨਾਂ ਦੇ ਵਿੱਚ ਦਾਣੇ ਨੇ ਪਲਣਾ। ਪਰ ਜੇ ਉਹ ਸਾਰਾ ਕੁਝ ਹੋ ਗਿਆ ਵਿੱਚ ਦਾਣਾ ਨਹੀਂ ਤੇ ਉਹ ਥੱਲੇ ਵਾਲੀ ਚੀਜ਼ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਉਹ ਦਾਣਾ ਕੀ ਹੈ? ਉਹ ਹੈ ਸਿਰਕ, ਭਰੋਸਾ। ਜੇ ਆਪਣੇ ਸਤਿਗੁਰੂ ਤੇ ਭਰੋਸਾ ਨਹੀਂ, ਸਿਰਕ ਨਹੀਂ, ਤੇ ਉਹ ਬਾਣੀ ਪੜ੍ਹੀ ਦਾ, ਭਜਨ ਕੀਤੇ ਦਾ ਕੋਈ
ਬੋਲ ਨਹੀਂ ਰਹਿ ਜਾਂਦਾ। ਸੋ ਇਹ ਸਤਿਗੁਰਾਂ ਨੇ ਸਾਨੂੰ ਦ੍ਰਿੜ ਕਰਵਾਈਆਂ। ਇੱਕ ਵਾਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖ ਸ਼ਬਦ ਪੜ੍ਹਦੇ ਸਨ ਤੇ ਉੱਤੇ ਚਲੇ ਗਏ, ਪੁੱਛਿਆ ਕੀ ਸ਼ਬਦ ਪੜ੍ਹਦੇ ਹੋ? ਆਖਣ ਲੱਗੇ ਜੀ ਇਹ ਸ਼ਬਦ ਪੜ੍ਹਦੇ ਆ, ਸਤਿਗੁਰ ਤਾਰਨਗੇ ਅਤੀਤ। ਸੱਚੇ ਪਾਤਸ਼ਾਹ ਨੇ ਨਾ ਭਾਈ ਤਾਰੇਗੀ ਪ੍ਰਤੀਤ। ਤੁਸੀਂ ਇਹ ਵੇਖ ਲਓ, ਜਿਹੜੇ ਸਰਦਾਰ ਬੇਅੰਤ ਸਿੰਘ ਦੀ ਟੀਮ ਹੈਗੀ ਹੈ, ਇਹਨਾਂ ਨੂੰ ਜੇ ਟੀਮ ਨੂੰ ਇਹਨਾਂ ਦੇ ਉੱਤੇ ਯਕੀਨ ਨਹੀਂ ਰਹਿ ਜਾਂਦਾ, ਟੀਮ ਖਿੱਲਰ ਜਾਏਗੀ। ਸੋ ਇਹ ਦੁਨਿਆਵੀ ਗੱਲਾਂ ਨੇ, ਪਰ ਉਹ ਰੱਬ ਦੀ ਪਹੁੰਚ ਦੀਆਂ ਗੱਲਾਂ ਜਿਹੜੀਆਂ ਨੇ, ਜਿਹੜੇ ਸਿੱਖੀ ਦਾ ਧੁਰਾ ਹੈ ਸਾਰੇ ਸਭ ਤੋਂ ਵੱਡਾ ਉਹ ਹੈ ਨਾਮ ਬਾਣੀ ਤੇ ਸਿਰਕ ਭਰੋਸਾ ਸਤਿਗੁਰਾਂ ਦੇ ਉੱਤੇ। ਉਹ ਸਤਿਗੁਰਾਂ ਨੇ ਕਿਰਪਾ ਕਰਕੇ ਦ੍ਰਿੜ ਕਰਾਇਆ ਤੇ ਆਪਣੇ ਸਿੱਖਾਂ ਦੇ ਰਾਹੀਂ ਸਾਰਾ ਕੁਝ ਕਰਵਾ ਕੇ ਵਿਖਾ ਦਿੱਤਾ। ਇਹ ਗੱਲਾਂ ਤੇ ਬੜੀਆਂ ਮਾਮੂਲੀ ਜਿਹੀਆਂ ਸਨ। ਸੰਤ ਧੰਨਾ ਸਿੰਘ ਜੀ ਲਾਹੌਰ ਦੇ ਜ਼ਿਲ੍ਹੇ ਦੇ ਸਨ। ਇੱਕ ਸੰਤ ਫਤਿਹ ਸੂਰੀ ਸਾਡੇ ਪ੍ਰਚਾਰਕ ਰਹੇ ਨੇ, ਨਾਮਧਾਰੀ ਪ੍ਰਚਾਰਕ, ਉਹਨਾਂ ਦੇ ਚਾਚੇ ਸਨ ਸਕੇ। ਉਹ ਭਜਨ ਕਰਦਿਆਂ ਨਾ ਤੇ ਆਖਣ ਲੱਗੇ ਗੁਰੂ ਰਾਮ ਸਿੰਘ ਨੇ ਭਜਨ ਉਹੀ ਦੱਸਿਆ ਜਿਹੜਾ ਗੁਰੂ ਨਾਨਕ ਵਾਲਾ, ਕਿ ਹੋਰ ਕੋਈ ਭਜਨ ਦੱਸਿਆ? ਗੁਰੂ ਨਾਨਕ ਨੇ ਬੜੀਆਂ ਉਡਾਰੀਆਂ ਲਈਆਂ ਨੇ, ਸਾਧ ਸੰਗਤ ਜੀ ਉਹ ਘੋੜੇ 'ਤੇ ਚੜ੍ਹੇ ਸਨ, ਚੜ੍ਹੇ ਚੜਾਏ ਉੱਡ ਗਏ, ਫਿਰ ਮਾਫੀ ਮੰਗੀ ਤੇ ਫਿਰ ਹੇਠਾਂ ਆਏ। ਇਹ ਸਤਿਗੁਰਾਂ ਨੇ ਇਹਨਾਂ ਚੀਜ਼ਾਂ ਨੂੰ ਬੰਦ ਕੀਤਾ। ਕਿਸ ਤਰ੍ਹਾਂ ਬੰਦ ਕੀਤਾ? ਸੰਤ ਤਖਤ ਸਿੰਘ ਹੋਰੀ ਸਨ, ਜਿਹਨਾਂ ਨੂੰ ਸਵਾਮੀ ਜੀ ਕਰਕੇ ਸਾਡੇ ਵਿੱਚ ਆਖਿਆ ਜਾਂਦਾ ਸੀ। ਉਹਨਾਂ ਨੇ ਬੰਗਾਲੀਆਂ ਨੂੰ ਵੀ ਕਲਕੱਤੇ ਵਿੱਚ ਸਿੱਖ ਸਜਾਇਆ ਸੀ। ਇੱਕ ਦਾ ਨਾਮ ਮੈਨੂੰ ਯਾਦ ਬਿਹਾਰੀ ਸਿੰਘ ਸੀ, ਹੋਰ ਦੂਸਰੇ ਦਾ ਨਾਂ ਨਹੀਂ ਯਾਦ ਰਿਹਾ ਮੈਨੂੰ। ਉਹ ਜਿਸ ਵੇਲੇ ਸਤਿਗੁਰਾਂ ਦੇ ਦਰਸ਼ਨ ਕਰਨ ਜਾਣ ਵਾਸਤੇ ਤਿਆਰ ਹੋਏ ਤੇ ਕਲਕੱਤੇ ਵਿੱਚ ਗਏ ਤੇ ਉੱਥੇ ਫੜੇ ਗਏ ਤੇ ਸੁਪਰਡੈਂਟ ਪੁਲਿਸ ਜਿਹੜਾ ਨਾ, ਉਹਨੂੰ ਪਤਾ ਲੱਗਾ ਵੀ ਇਹ ਹੱਥਾਂ 'ਚੋਂ ਨਿਕਲ ਜਾਂਦਾ। ਉਹਨੇ ਆਖਿਆ ਪਤਾ ਲੱਗਾ ਤੂੰ ਉੱਡ ਜਾਣਾ? ਉਹਨੇ ਆਖਿਆ ਮੈਨੂੰ ਤਾਂ ਕੋਈ ਪਤਾ ਨਹੀਂ। ਫਿਰ ਜਿਸ ਵੇਲੇ ਉਹ ਸਮਾਂ ਆਇਆ ਉਹਨਾਂ ਦਾ, ਉਹਨਾਂ ਨੇ ਇਸ ਤਰ੍ਹਾਂ ਹੱਥਕੜੀਆਂ ਤੇ ਥੱਲਿਓਂ ਇਸ ਤਰ੍ਹਾਂ ਬੇੜੀਆਂ ਲਾ ਕੇ ਆਉਂਦੇ ਨੇ ਮੈਂ ਚੱਲਿਆ ਬਈ। ਇਹ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ। ਜਿਹਦੇ ਤੇ ਲੋਕ ਮਰਦੇ ਨੇ, ਸਤਿਗੁਰੂ ਉਸ ਨੂੰ ਬੰਦ ਕਰਦੇ ਨੇ। ਸਤਿਗੁਰੂ ਰਾਮ ਸਿੰਘ ਨੂੰ ਉੱਥੇ ਪਤਾ ਲੱਗਾ ਜਿਸ ਵੇਲੇ, ਉਹਨਾਂ ਨੇ ਆਖਿਆ ਤਖਤ ਸਿੰਘ ਇਹ ਕੰਮ ਬਿਲਕੁਲ ਨਹੀਂ ਕਰਨਾ। ਫਿਰ ਉਨੀ ਤਾਕਤ ਰੱਖਣ ਵਾਲੇ ਨੇ, ਇਹ ਦੂਈ ਵੱਡੀ ਤਾਕਤ ਹੈ। ਫਿਰ ਇੰਨੀ ਤਾਕਤ ਵਾਲਾ ਬੰਦਾ ਜਾ ਕੇ ਆਪ ਕੈਦ ਹੋ ਗਏ, 1.5 ਸਾਲ ਜਾ ਕੇ ਪਿਸ਼ਾਵਰ ਵਿੱਚ ਪੱਥਰ ਕੁੱਟੇ ਨੇ ਉਹਨਾਂ ਨੇ। ਸੋ ਸਤਿਗੁਰੂ ਰਾਮ ਸਿੰਘ ਨੇ ਇਹ ਚੀਜ਼ਾਂ ਸਾਨੂੰ ਦ੍ਰਿੜ ਕਰਾਈਆਂ। ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ। ਤੁਸੀਂ ਵੇਖਦੇ ਹੋ ਕਿ ਜੇ ਇੱਥੇ ਕੂਲਰ ਲਾ ਦਿੱਤਾ ਜਾਵੇ ਨਾ, ਉਹ ਸਾਨੂੰ ਗਰਮੀਆਂ 'ਚ ਕੰਮ ਦੇਵੇਗਾ, ਹੀਟਰ ਲਾਵਾਂਗੇ ਤਾਂ ਸਿਆਲ ਵਿੱਚ ਕੰਮ ਦੇਵੇਗਾ। ਪਰ ਨਾਮ ਵਾਸਤੇ ਸਤਿਗੁਰਾਂ ਨੇ ਲਿਖਿਆ ਹਰਿ ਕੋ ਨਾਮ ਸਦਾ ਸੁਖਦਾਈ। ਜੇ ਆਦਮੀ ਆਰਾਮ ਨਾਲ ਘਰ ਵਿੱਚ ਰਹਿੰਦਾ ਤਾਂ ਵੀ ਸੁੱਖ ਦਿੰਦਾ, ਜੇ ਉਹ ਜੇਲ੍ਹ ਵਿੱਚ ਜਾਂਦਾ, ਜੇ ਉਹਨੂੰ ਸੱਟ ਲੱਗ ਜਾਂਦੀ ਹੈ ਤਾਂ ਵੀ ਉਹ ਜਿਹੜਾ ਉਹ ਸੁੱਖ ਦਿੰਦਾ। ਇਹ ਗੁਰੂ ਅਰਜਨ ਨੇ ਸਾਰਾ ਕੁਝ ਸਾਨੂੰ ਆਪਣੇ ਸਾਹਮਣੇ ਸਾਬਤ ਕਰਕੇ ਦੱਸਿਆ। ਮੈਂ ਇਹ ਅਰਜ਼ ਕਰਾਂਗਾ ਵੀ ਜਿਨ੍ਹਾਂ ਨੇ ਆਪਣੇ ਗੁਰੂ ਤੋਂ ਜੋ ਪੁੱਛਿਆ ਉਹਦੇ ਅਨੁਸਾਰ ਤੜਕੇ ਉੱਠ ਕੇ ਭਜਨ ਕਰਿਆ ਕਰੋ, ਅਰਦਾਸ ਕਰਿਆ ਕਰੋ ਸਤਿਗੁਰਾਂ ਦੇ ਚਰਨਾਂ 'ਚ। ਇਹ ਜਿਹੜਾ ਸਮਾਂ ਹੈ ਇਹਦੇ ਵਿਅਸਨ ਸਾਨੂੰ ਦੁੱਖ ਨਾ ਦੇਣ। ਇਸ ਵੇਲੇ ਬਹੁਤ ਵੱਡਾ ਮਸਲਾ ਸਾਡੇ ਭਾਰਤ ਵਿੱਚ ਚੱਲਦਾ ਹੈ। ਕੱਲ੍ਹ ਉੱਥੇ ਚੌਧਰੀ ਰਣਜੀਤ ਸਿੰਘ, ਚੌਧਰੀ ਦੇਵੀਲਾਲ ਦੇ ਲੜਕੇ ਜਿਹੜੇ ਅੱਜ ਕੱਲ੍ਹ ਕਾਂਗਰਸ ਵਿੱਚ ਨੇ, ਉਹ ਰਾਜ ਸਭਾ 'ਚ ਵੀ ਰਹੇ ਨੇ ਕੁਛ ਚਿਰ, ਐਕਸ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਦੱਸਿਆ ਭਈ ਜਿਹੜੀ ਪਰਸੈਂਟੇਜ ਹੈ ਨਾ, ਸਭ ਤੋਂ ਜ਼ਿਆਦਾ ਉਹਨਾਂ ਲੋਕਾਂ ਦੀ ਹੈ ਜਿਹੜੇ 34% ਉਹ ਲੋਕ ਨੇ ਜਿਹੜੇ ਇਹ ਕਹਿੰਦੇ ਨੇ ਕਿ ਭਾਰਤ ਤਾਂ ਠੀਕ ਹੋ ਸਕਦਾ ਇਹਦੇ 'ਚੋਂ ਕਰਪਸ਼ਨ ਖਤਮ ਹੋ ਜਾਵੇ, ਵੱਡੀ ਖੋਰੀ ਖਤਮ ਹੋਵੇ। ਹੋਰ ਮੈਨੂੰ ਉਹਨਾਂ ਦੇ ਅੰਕੜੇ ਯਾਦ ਨਹੀਂ ਰਹੇ 21% ਕਿ ਕਿੰਨੇ ਪਰਸੈਂਟ, ਬਾਕੀ ਆਰਥਿਕ ਚਾਹੀਦਾ, ਲਾ ਐਂਡ ਆਰਡਰ ਚਾਹੀਦਾ, ਉਹ ਸਾਰੇ ਅੰਕੜੇ ਮੈਨੂੰ ਨਹੀਂ ਯਾਦ ਰਹੇ। ਪਰ ਇਹਦੇ ਵਾਸਤੇ ਉਹਨਾਂ ਨੇ ਕਿਹਾ ਸਭ ਤੋਂ ਜ਼ਿਆਦਾ ਇਹ ਨੇ। ਅਤੇ ਇਹ ਕਿਸ ਕਰਕੇ ਨੇ? ਸਾਡੀ ਖਾਸ ਜਿਹੜੀ ਹੈ ਉਹ ਸਾਨੂੰ ਖਲੋਣ ਨਹੀਂ ਦਿੰਦੀ। ਸੱਸ ਖੱਟੇ ਲੱਕ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਬਾਬਾ ਸੋਹਣ ਸਿੰਘ ਭਕਨਾ, ਉਹਨਾਂ ਦੀ ਕੋਈ ਪੌਣੇ 2 ਘੰਟੇ ਦੀ ਟੇਪ ਰਿਕਾਰਡ ਸਾਡੇ ਕੋਲ ਹੈਗੀ ਹੈ। ਉਹ ਕਹਿਣ ਲੱਗੇ ਰਾਜ ਜਿਹੜਾ ਸਤਿਗੁਰੂ ਰਾਮ ਸਿੰਘ ਨੇ ਦਿੱਤਾ ਸੀ ਨੇ, ਜਿੰਨਾ ਚਿਰ ਉਹ ਨਹੀਂ ਹੁੰਦਾ ਉਹਨਾਂ ਚਿਰ ਸਾਡੇ ਦੇਸ਼ ਦੀ ਕਲਿਆਣ ਨਹੀਂ ਹੁੰਦੀ। ਉਹ ਇਹ ਸੀ ਕਿ ਕਿਸੇ ਨਾਲ ਮੋਹ ਨਹੀਂ, ਕਿਸੇ ਨਾਲ ਲਾਗਤ ਨਹੀਂ, ਕਿਸੇ ਨਾਲ ਕੋਈ ਲਾਲਚ ਨਹੀਂ। ਜੇ ਲਾਲਚ ਨਹੀਂ ਤਾਂ ਵੱਡੀ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਜਿਸ ਵੇਲੇ ਇਹ ਠੀਕ ਹੋ ਜਾਣਗੀਆਂ ਤਾਂ ਕੋਈ ਔਖੀ ਗੱਲ ਨਹੀਂ, ਇਹ ਵੱਡੀ ਖੋਰੀ ਸਾਰਾ ਕੁਝ ਬੰਦ ਹੋ ਜਾਵੇ। ਮੈਂ ਸਰ ਬੇਅੰਤ ਸਿੰਘ ਜੀ ਰਾਹੀਂ ਭਾਰਤ ਸਰਕਾਰ ਨੂੰ ਇਹ ਬੇਨਤੀ ਕਰਾਂਗਾ ਵੀ ਇਹ ਕੋਸ਼ਿਸ਼ ਕਰੋ ਵੀ ਇਸ 'ਤੇ ਕਾਬੂ ਪਾਇਆ ਜਾਵੇ।
ਸਾਡੇ ਦੇਸ਼ ਦੇ ਉੱਤੇ, ਭਾਰਤ ਦੇ ਉੱਤੇ ਇਸ ਤਰ੍ਹਾਂ ਦਾ ਕਲੰਕ ਨਾ ਹੋਵੇ ਕਿ ਸਾਡੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਪਰਸੈਂਟੇਜ ਇਸ ਮੰਗ ਨੂੰ ਮੰਗਣ ਵਾਲਿਆਂ ਦੀ ਹੈ ਵੀ ਵੱਡੀ ਖੋਰੀ ਖਤਮ ਹੋਵੇ। ਅਤੇ ਜੇ ਅਸੀਂ ਨਾ ਵੀ ਕਰਾਂਗੇ ਤੇ ਤੁਹਾਡੇ ਸਾਹਮਣੇ ਹੈ ਵੀ ਬਹੁਤੇ ਲੋਕ ਇਹ ਗੱਲ ਆਂਦੇ ਨੇ, ਜਦੋਂ ਮੁੜ ਕੇ ਚੋਣਾਂ ਹੋਈਆਂ ਉਹਨਾਂ ਨੇ ਕਾਂਗਰਸ ਨਹੀਂ ਵੇਖਣੀ, ਅਕਾਲੀ ਨਹੀਂ ਵੇਖਣਾ, ਉਹਨਾਂ ਨੇ BJP ਨਹੀਂ ਵੇਖਣੀ, ਉਹਨਾਂ ਨੇ ਕਮਿਊਨਿਸਟ ਨਹੀਂ ਵੇਖਣਾ, ਉਹਨਾਂ ਨੇ ਵੇਖਣਾ ਵੀ ਕਿਹੜਾ ਬੰਦਾ ਜਿਹੜਾ ਇਸ ਤਰ੍ਹਾਂ ਦਾ ਉਹਨੂੰ ਚੁਣੋ। ਸੋ ਸਾਰੀਆਂ ਪਾਰਟੀਆਂ ਵਾਲਿਆਂ ਨੂੰ ਧਿਆਨ ਦੇਣਾ ਚਾਹੀਦਾ ਵੀ ਉਹ ਇਸ ਪਾਸੇ ਤੁਰਨ ਤਾਂ ਕਿ ਇਸ ਗੱਲ 'ਚ ਸਫਲਤਾ ਹੋਵੇ ਔਰ ਸਾਡਾ ਦੇਸ਼ ਜਿਹੜਾ ਉਹ ਅੱਗੇ ਵਧੇ, ਧਰਮ ਵਾਲਾ ਕੰਮ ਸਾਡੇ ਕੋਲ ਹੋ ਸਕੇ। ਮੈਂ ਇਹੋ ਹੀ ਅਰਜ਼ ਕਰਕੇ ਆਪ ਸਭ ਤੋਂ ਅੱਗੇ ਲਾਵਾਂ। परम सत्कारयोग साध संगत, मानयोग ਸਿੰਘ ਸਾਹਿਬ ਯੋਗੀ ਜੀ ਮਹਾਰਾਜ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਅਸੀਂ ਇਕੱਠੇ ਬੈਠਦੇ ਹਾਂ, ਆਪਣੇ ਆਪਣੇ ਵਿਚਾਰ ਜਿਹੜੇ ਸਾਡੇ ਇਕੱਠੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਅਸੀਂ ਤੁਰੀਏ ਤੇ ਬੜੇ ਸੌਖੇ ਰਹਿ ਸਕਦੇ ਹਾਂ। ਤੁਹਾਨੂੰ ਜਿਸ ਤਰ੍ਹਾਂ ਦੱਸਿਆ ਗਿਆ ਹੈ, ਇਹ ਉਹ ਥਾਂ ਹੈ 1934 ਵਿੱਚ ਜਦੋਂ ਅਕਾਲੀ ਨਾਮਧਾਰੀ ਸਿੰਘਾਂ ਦੀਆਂ 10-12 ਤੋਂ ਲੜਾਈਆਂ ਹੁੰਦੀਆਂ ਸਨ, ਝਗੜੇ ਹੁੰਦੇ ਸਨ। ਸਤਿਗੁਰੂ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਇੱਥੇ ਰੱਖੀ, ਜਿਹਦੇ 'ਚ ਕੁਝ ਸੱਜਣਾਂ ਨੇ ਆਖਿਆ ਕਿ ਅਸੀਂ ਤਾਂ ਜਾਵਾਂਗੇ ਜੇ 10 ਗੁਰੂਆਂ ਦੀ ਅਰਦਾਸ ਹੋਵੇਗੀ। ਉਹਨਾਂ ਨੇ ਆਖਿਆ ਜਿਹੜੇ ਤੁਹਾਡੇ ਆਪਣੇ ਗੁਰੂ ਦੀ ਭਾਵੇਂ ਇੱਕ ਦੀ ਕਰ ਲਓ, ਸਾਨੂੰ ਕੋਈ ਇਤਰਾਜ਼ ਨਹੀਂ। ਉਹ ਸਾਰੇ ਦਿਨ ਸ਼ਾਮ ਦਾ ਦੀਵਾਨ ਜਿਹੜਾ ਲੱਗਦਾ ਸੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਭਾਈ ਸਾਹਿਬ ਅਰਜਨ ਸਿੰਘ ਜੀ ਤਾਬਿਆ ਬੈਠਦੇ ਸਨ, ਉਹੀ ਅਰਦਾਸ 10 ਪਾਤਸ਼ਾਹੀਆਂ ਦੀ ਕਰਦੇ ਸਨ, ਪਗੜੀਆਂ ਵਾਲੇ। ਸਵੇਰ ਦੀ ਆਸਰੀ ਵਾਰ ਸਾਡੇ ਨਾਮਧਾਰੀ ਕਾਇਦੇ ਦੇ ਮੁਤਾਬਕ ਲੱਗਦੀ ਸੀ। ਨਾਮਧਾਰੀ ਕਾਇਦਾ ਜਿਹੜਾ ਉਹ ਸਾਡੇ ਵਿਚਾਰ ਅਨੁਸਾਰ ਉਹ ਸਿੱਖੀ ਕਾਇਦਾ ਹੀ ਹੈ, ਵੱਖਰਾ ਨਹੀਂ। ਜਿਸ ਤਰ੍ਹਾਂ ਤੁਹਾਨੂੰ ਹੰਸਪਾਲ ਜੀ ਦੱਸਿਆ ਸੀ ਕਿ ਅੰਗਰੇਜ਼ ਨੇ ਸਾਨੂੰ ਵੱਖਰਿਆਂ ਕੀਤਾ ਸੀ, ਤੁਸੀਂ ਹੈਰਾਨ ਹੋਗੇ ਸੁਣ ਕੇ ਕਿ ਉਹਨਾਂ ਦਿਨਾਂ 'ਚ ਪੈਂਫਲੇਟ ਛਪੇ, ਖਾਲਸਾ ਲਾਇਲਟੀ ਉੱਤੇ ਇੱਕ ਓਂਕਾਰ ਵਾਹਿਗੁਰੂ ਜੀ ਦੀ ਫਤਿਹ, ਥੱਲੇ ਖਾਲਸਾ ਲਾਇਲਟੀ, ਅਰਥਾਤ ਸਿੱਖਾਂ ਲਈ ਸਰਕਾਰ ਦਾ ਲਾਇਲ ਰਹਿਣਾ ਸਿਰਫ ਜ਼ਰੂਰੀ ਹੀ ਨਹੀਂ ਬਲਕਿ ਉਹਨਾਂ ਦੇ ਮਜ਼ਹਬ ਦਾ ਇੱਕ ਅੰਗ ਹੈ। ਉਹਨਾਂ ਨੇ ਸਾਨੂੰ ਪਾੜ ਕੇ ਵੱਖਰੇ ਕੀਤਾ। ਅੰਮ੍ਰਿਤ ਦੀ ਗੱਲ ਕੀਤੀ ਹੈ ਸੁਰਜਨ ਸਿੰਘ ਜੀ ਨੇ। ਇਸ ਗੱਲ ਵੱਲ ਮੇਰਾ ਖਿਆਲ ਬਹੁਤਾ ਦੂਰ ਜਾਣ ਦੀ ਲੋੜ ਨਹੀਂ। ਆਪਣੇ ਆਪਣੇ ਤਰੀਕੇ ਨਾਲ ਨਾਮਧਾਰੀਆਂ ਤੋਂ ਬਿਨਾਂ ਵੀ ਜਿਹੜੇ ਦੂਸਰੇ ਸਿੱਖ ਅੰਮ੍ਰਿਤ ਛਕਾਉਂਦੇ ਨੇ ਉਹਨਾਂ ਦੇ ਵੀ ਵਿੱਚ ਥੋੜ੍ਹਾ ਥੋੜ੍ਹਾ ਫਰਕ ਜ਼ਰੂਰ ਹੋਏਗਾ, ਮੈਨੂੰ ਬਹੁਤਾ ਪਤਾ ਨਹੀਂ। ਸਾਡੇ ਖਿਆਲ ਮੁਤਾਬਕ ਖੰਡੇ ਦਾ ਅੰਮ੍ਰਿਤ ਦਿੱਤਾ ਹੀ ਸਤਿਗੁਰੂ ਰਾਮ ਸਿੰਘ ਨੇ ਹੈ। ਚੱਕਰਵਰਤੀ ਜੀ ਨੇ ਇੱਕ ਖੰਡੇ ਦੇ ਅੰਮ੍ਰਿਤ ਦੇ ਦਾਤੇ ਇੱਕ ਲਿਖਿਆ ਸੀ, ਮੈਨੂੰ ਪਤਾ ਨਹੀਂ ਜੇ ਕਿਤੇ ਲੱਭ ਜਾਏ ਤਾਂ ਮੈਂ ਠੇਕੇਦਾਰ ਸਾਹਿਬ ਨੂੰ ਦਿਆਂਗਾ। ਜੇ ਬਗੈਰ ਪੱਖਪਾਤ ਤੋਂ ਵੇਖਿਆ ਜਾਵੇ ਤੇ ਮਾਈਆਂ ਨੂੰ ਅੰਮ੍ਰਿਤ ਸਤਿਗੁਰੂ ਰਾਮ ਸਿੰਘ ਨੇ ਛਕਾਇਆ, ਇਸ ਤੋਂ ਪਹਿਲਾਂ ਨਹੀਂ ਛਕਾਇਆ ਗਿਆ। ਇਤਿਹਾਸ ਬੜਾ ਵੱਡਾ ਸਮੁੰਦਰ ਹੈ, ਕਿਤੇ ਡੂੰਘਾ ਕੋਈ ਚੁੱਭੀ ਮਾਰ ਕੇ ਲੱਭ ਲਿਆਵੇ ਮੈਨੂੰ ਨਹੀਂ ਪਤਾ, ਪਰ ਮੇਰੇ ਵਿਚਾਰ ਮੁਤਾਬਕ ਇਹੋ ਹੀ ਹੈ ਕਿ ਸਤਿਗੁਰੂ ਰਾਮ ਸਿੰਘ ਨੇ ਇਸਤਰੀਆਂ ਨੂੰ ਅੰਮ੍ਰਿਤ ਦਿੱਤਾ। ਕਿਰਪਾਨ ਬਾਰੇ ਸੁਰਜਨ ਸਿੰਘ ਜੀ ਨੇ ਆਖਿਆ, ਸਾਨੂੰ ਹੁਕਮ ਹੈ ਸਤਿਗੁਰਾਂ ਦਾ, ਸਾਡੇ ਕੰਘੇ ਵਿੱਚ ਕਿਰਪਾਨ ਹੈ, ਜਿੰਨਾ ਚਿਰ ਇਹ ਸਿਰ 'ਚ ਕੰਘਾ ਨਾ ਰੱਖਿਆ ਹੋਵੇ ਕਿਰਪਾਨ ਵਾਲਾ ਪ੍ਰਸ਼ਾਦਾ ਨਹੀਂ ਛਕ ਸਕਦੇ। ਆਪਣੇ ਆਪਣੇ ਤਰੀਕੇ ਮੁਤਾਬਕ ਜਿਸ ਤਰ੍ਹਾਂ ਕਿਸੇ ਨੇ ਗੁਰੂ ਨੇ ਹੁਕਮ ਦਿੱਤਾ। ਇੱਕ ਵਾਰ ਡਾਕਟਰ ਗੋਪਾਲ ਸਿੰਘ ਜੀ, ਮੇਰਾ ਖਿਆਲ 1964-65 ਦੇ ਨੇੜੇ ਤੇੜੇ ਦੀ ਗੱਲ ਹੋਵੇਗੀ, ਪੰਡਿਤ ਗੋਪਾਲ ਸਿੰਘ ਹੋਰੀ, ਡਾਕਟਰ ਗੋਪਾਲ ਸਿੰਘ ਦਰਦੀ, 5000 ਮੈਂ, ਅਸੀਂ ਸਾਰੇ ਇਕੱਠੇ ਜਾਪਾਨ ਗਏ ਸਾਂ। ਰਾਹ ਵਿੱਚ ਇਹੋ ਹੀ ਗੱਲ ਚੱਲਦੀ ਸੀ। ਉਹਨਾਂ ਨੇ ਆਖਿਆ ਵੀ ਤੁਸੀਂ ਜਿਹੜਾ ਨਾਮ ਲੈਂਦੇ ਹੋ ਅੱਗੇ ਉਹ ਕਿਹਦੇ ਹੁਕਮ ਨਾਲ ਲੈਂਦੇ ਹੋ? ਪੰਡਿਤ ਜੀ ਨੇ ਆਖਿਆ ਅਸੀਂ ਤਾਂ ਆਪਣੇ ਗੁਰੂ ਦੇ ਮੁਤਾਬਕ ਲੈਂਦੇ ਹਾਂ। ਜਦੋਂ ਉੱਥੇ ਗੁਰੂ ਗੋਬਿੰਦ ਸਿੰਘ ਦਾ ਨਾਂ ਨਹੀਂ ਲਿਖਿਆ, ਜਿਸ ਨੂੰ ਚੰਡੀ ਦੀਵਾਰ ਦੀ ਪੌੜੀ ਅਸੀਂ ਪੜ੍ਹਦੇ ਹਾਂ, ਅਤੇ ਫਿਰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਕਈ ਗੱਲਾਂ ਐਸੀਆਂ ਨੇ ਜਿਹੜੀਆਂ
ਆਪਾਂ ਨੂੰ ਕਰਨ 'ਚ ਕੋਈ ਫਾਇਦਾ ਨਹੀਂ। ਵਿਚਾਰ ਮੁਤਾਬਕ ਕਰੀਏ ਫਿਰ ਤੇ ਕਰ ਲਈਦੀਆਂ ਨੇ। ਜਦੋਂ ਵਿਚਾਰ ਨੂੰ ਝਗੜੇ 'ਚ ਪਾ ਲਈਏ, ਖੋਜੀ ਉਪਜੈ, ਅਗਲੀ ਗੱਲ ਤੁਸੀਂ ਜਾਣਦੇ ਹੋ, ਬਾਦੀ ਬਿੰਸ ਹੈ। ਇਹਨਾਂ ਗੱਲਾਂ ਤੋਂ ਬਿਨਾਂ ਵੀ ਅਸੀਂ ਤੁਰ ਸਕਦੇ ਹਾਂ। ਨੀਲੇ ਕਾਲੇ ਬਾਰੇ ਤੇ ਇਤਿਹਾਸ ਭਰਿਆ ਪਿਆ ਸਾਰਾ। ਜਦੋਂ ਗੁਰੂ ਗੋਬਿੰਦ ਸਿੰਘ ਮਾਰਗ ਦੀ ਇੱਕ ਯਾਤਰਾ ਚੱਲੀ ਸੀ, ਉਦੋਂ ਵੀ ਅਖਬਾਰਾਂ ਵਿੱਚ ਲਿਖਿਆ ਗਿਆ ਸੀ ਕਿ ਸੋਢੀ ਕੌਲ ਜੀ ਕੋਲ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਗਏ ਨੇ, ਤੇ ਉਹਨਾਂ ਨੇ ਆਖਿਆ, ਸੱਚੇ ਪਾਤਸ਼ਾਹ ਤੁਸੀਂ ਇਹ ਤੁਰਕਾਂ ਵਾਲਾ ਬਾਣਾ ਕਿਉਂ ਪਾਇਆ? ਉੱਥੇ ਫਿਰ ਉਹਨੂੰ ਪਾੜਿਆ ਗਿਆ ਸੀ, ਸਾੜਿਆ ਗਿਆ ਸੀ, ਅਤੇ ਉਹਨਾਂ ਨੇ ਚਿੱਟਾ ਪੁਸ਼ਾਕਾ ਲਿਆ ਕੇ ਸਤਿਗੁਰਾਂ ਨੂੰ ਦਿੱਤਾ ਸੀ। ਅਸੀਂ ਨੀਲ ਵਸਤਰਲੇ ਕੱਪੜੇ ਹਾਰੇ ਤੁਰਕ ਪਠਾਣੀ ਅਮਲ ਗਿਆ, ਗੁਰੂ ਗੋਬਿੰਦ ਸਿੰਘ ਦੇ ਹੁਕਮ ਅਨੁਸਾਰ ਪੜ੍ਹਦੇ ਹਾਂ। ਬੰਦਾ ਕੋਈ ਗੁਰਬਾਣੀ ਦੀ ਤੁਕ ਨਹੀਂ ਉਲਟਾ ਸਕਦਾ। ਗੁਰੂ ਨੂੰ ਸਭ ਅਖਤਿਆਰ ਹੈ। ਇਸ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ, ਉਹਦੇ ਅਨੁਸਾਰ ਕਰਦੇ ਹਾਂ ਅਸੀਂ। ਯੋਗੀ ਜੀ ਨੇ ਇਸਤਰੀਆਂ ਦੀ ਗੱਲ ਕੀਤੀ। ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਮਾਈਆਂ ਨੂੰ ਅੰਮ੍ਰਿਤ ਛਕਾਇਆ ਹੀ ਸਤਿਗੁਰੂ ਰਾਮ ਸਿੰਘ ਨੇ ਹੈ। ਔਰ ਬਾਣੀ ਵਿੱਚ ਤੇ ਸਾਰੀ ਵਿੱਚ ਇਸਤਰੀ ਨੂੰ ਬੜਾ ਵਧੀਆ ਥਾਂ ਦਿੱਤਾ ਹੈ, ਯੋਗ ਥਾਂ ਦਿੱਤਾ ਹੈ। ਇਹ ਵੀ ਲਿਖਿਆ, ਸੋ ਕਿ ਮੰਦਾ ਆਖਿਆ ਜਿਰ ਜਮੈ ਰਾਜਾਨ। ਸਤਿਗੁਰੂ ਰਾਮ ਸਿੰਘ ਨੇ ਜਿੱਥੇ ਸਿੰਘਾਂ ਨੂੰ ਸੂਬੇ ਬਣਾਇਆ, ਉੱਥੇ ਇੱਕ ਮਾਈ ਨੂੰ ਵੀ ਸੂਬਾ ਬਣਾਇਆ। ਬਾਣੀ ਵਿੱਚ ਜੋ ਕੁਝ ਇਸਤਰੀ ਦੀ ਵਿਆਖਿਆ ਕੀਤੀ ਗਈ ਹੈ, ਉਹ ਸਿੱਖੀ ਦੇ ਨਾਲ ਜੋੜ ਕੇ ਕੀਤੀ ਹੈ ਕਿ ਜਿਵੇਂ ਸਿੱਖ ਜਿਹੜਾ ਹੈ, ਸਿੱਖ ਅਤੇ ਗੁਰੂ ਦਾ ਆਪਸ ਵਿੱਚ ਜਿਹੜਾ ਸੰਬੰਧ ਲਿਖਿਆ, ਉਹ ਇਸ ਤਰ੍ਹਾਂ ਦਾ ਲਿਖਿਆ, ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪਰਤਾਰੇ। ਹਰਿ ਪ੍ਰਭ ਸੁੰਦਰ ਮੈਂ ਸਾਰ ਨਾ ਜਾਣੀ, ਔ ਹਰਿ ਪ੍ਰਭ ਛੋੜ ਦੂਜਾ ਲੋਭਾਣੀ। ਔ ਕਿਉ ਕਰ ਬਿਰ ਕਉ ਮਿਲੋ ਇਆਣੀ, ਜੋ ਪਿਰ ਭਾਵੈ ਸਾ ਸੁਹਾਗਣ ਸਾਈ ਪਿਰ ਕਉ ਮਿਲੈ ਸਿਆਣੀ। ਮੈਂ ਵਿੱਚ ਦੋਸ ਹੋ ਕਿਉ ਕਰ ਪਿਰ ਪਾਵਾ, ਤੇਰੇ ਅਨੇਕ ਪਿਆਰੇ ਹੋ ਪ੍ਰਚਿਤ ਨਾ ਆਵਾ। ਭਗਤੀ ਨੂੰ ਜਿਸੇ ਸਤਿਗੁਰਾਂ ਨੇ ਜਗ੍ਹਾ ਦਿੱਤੀ ਹੈ, ਉੱਥੇ ਇਸ ਤਰ੍ਹਾਂ ਦੀ ਬਾਣੀ ਸਾਰੀ ਉਚਾਰਨ ਕੀਤੀ ਹੈ। ਸੋ ਇਹਨਾਂ ਗੱਲਾਂ ਨੂੰ ਵਿਚਾਰ ਦੇ ਰੂਪ ਵਿੱਚ ਵਿਸ਼ਕ ਕਰਕੇ ਜਿੱਥੇ ਵੱਖਰਾਪਣ ਹੋਵੇ ਉਹਨੂੰ ਛੱਡ ਦਿੱਤਾ ਜਾਵੇ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇੱਥੇ 10 ਪਾਤਸ਼ਾਹੀਆਂ ਦੀ ਅਰਦਾਸ ਕਰਵਾਈ ਗਈ। ਜੇ ਦੂਸਰੇ ਗੁਰਦੁਆਰਿਆਂ 'ਚ 12 ਦੀ ਹੋ ਜਾਏ, ਸਾਰੀ ਗੱਲ ਇੱਕਦਮ ਮੁੱਕ ਜਾਂਦੀ ਹੈ। ਸਾਡੇ ਕੋਲ ਆ ਜਾਣ, ਸਤਿਗੁਰੂ ਰਾਮ ਸਿੰਘ ਨੂੰ ਬਾਬਾ ਆਖ ਕੇ ਦਿਨ ਮਨਾਉਣ, 10 ਦੀ ਅਰਦਾਸ ਕਰਨ। ਅਸੀਂ ਗੁਰੂ ਅਰਜਨ ਦਾ, ਗੁਰੂ ਰਾਮਦਾਸ ਦਾ ਦਿਨ ਉੱਥੇ ਮਨਾਈਏ, ਆਪਣੀ 12 ਦੀ ਅਰਦਾਸ ਕਰ ਲਈਏ। ਤੁਸੀਂ ਦੱਸੋ ਭਈ ਅਸੀਂ ਸਿੱਖਾਂ ਵਾਸਤੇ ਹੱਕ ਮੰਗਦੇ ਹਾਂ ਲੋਕਾਂ ਤੋਂ, ਵੀ ਸਿੱਖਾਂ ਨਾਲ ਬੜੀ ਬੇਇਨਸਾਫੀ ਹੁੰਦੀ ਹੈ। ਜੇ ਅਸੀਂ ਆਪਣੇ ਉਹ ਗੁਰੂ ਜਿਨ੍ਹਾਂ ਨੂੰ ਗਿਣੇ ਬਿਨਾਂ ਸਾਡੇ 12 ਨਹੀਂ ਬਣਦੇ, ਉਹਨਾਂ ਦੇ ਸਥਾਨ 'ਤੇ ਜਾ ਕੇ ਅਸੀਂ ਆਪਣਾ ਦੀਵਾਨ ਨਹੀਂ ਲਾ ਸਕਦੇ, ਇਹ ਇਨਸਾਫ ਅਸਾਂ ਕਿਹੜੀ ਯੂਐਨ ਤੋਂ ਮੰਗਣਾ, ਇਹ ਮੈਨੂੰ ਨਹੀਂ ਸਮਝ ਆਈ ਹੈ ਜੀ। ਸੋ ਮੈਂ ਇਹ ਵੀ ਅਰਜ਼ ਕਰਾਂਗਾ ਵੀ ਇਹ ਉਹੀ ਥਾਂ ਜਿਸੇ ਸਤਿਗੁਰਾਂ ਨੇ ਗੁਰੂ ਨਾਨਕ ਨਾਮ ਲੇਵਾ ਕਾਨਫਰੰਸ ਕਰਕੇ ਇੱਕ ਮਤਾ ਪਾਸ ਕੀਤਾ ਸੀ। ਗੁਰੂ ਨਾਨਕ ਅਤੇ ਉਸ ਦੇ ਜਾਨਸ਼ੀਨਾਂ ਨੂੰ ਜਿਹੜੇ ਮੰਨਣ ਵਾਲੇ ਨੇ, ਆਦਿ ਅਤੇ ਦਸਮ ਗ੍ਰੰਥ ਦੀ ਬਾਣੀ ਨੂੰ ਗੁਰਬਾਣੀ ਕਰਕੇ ਮੰਨਦੇ ਨੇ, ਉਹ ਸਾਰੇ ਅਸੀਂ ਇਕੱਠੇ ਹਾਂ। ਗੁਰੂ ਨਾਨਕ ਤੋਂ ਲੱਗ ਕੇ ਜਾਨਸ਼ੀਨ ਨੇ ਭਾਵੇਂ ਕੋਈ ਗ੍ਰੰਥ ਸਾਹਿਬ ਨੂੰ ਗੁਰੂ ਮੰਨੇ ਅਤੇ ਭਾਵੇਂ ਕੋਈ ਦੇਹਧਾਰੀ ਨੂੰ ਮੰਨੇ, ਸਾਰਾ ਝਗੜਾ ਮੁੱਕ ਜਾਂਦਾ। ਸਾਰਿਆਂ ਨੇ ਇਹਦੇ ਦਖਲ ਕੀਤੇ। ਇਹ ਗੱਲ ਉਸ ਵੇਲੇ ਬਹੁਤ ਵਧੀਆ ਰਹੀ, ਜਿਸ ਨਾਲ 100 ਤੋਂ ਥੋੜ੍ਹੇ ਜਿਹੇ % ਘੱਟ ਸਾਨੂੰ ਸਫਲਤਾ ਵੀ ਮਿਲੀ ਇਸ ਗੱਲ ਦੀ, ਜਿਹੜੀਆਂ ਲੜਾਈਆਂ ਝਗੜੇ ਸਾਨੂੰ ਮੁੱਕ ਗਏ। ਸੋ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਅਸੀਂ ਸਾਰੇ ਅੱਜ ਇਕੱਠੇ ਬੈਠੇ ਹਾਂ ਅਤੇ ਇਸ ਨੂੰ ਵਿਚਾਰ ਦੇ ਰੂਪ ਵਿੱਚ ਜਿਹੜੀਆਂ ਸਾਡੀਆਂ ਗੱਲਾਂ ਇਕੱਠੀਆਂ ਨੇ। ਹੁਣ ਸਾਡਾ ਕੋਈ, ਤੁਸੀਂ ਇੰਨੇ ਇੱਥੇ ਆਦਮੀ ਬੈਠੇ ਹੋ, ਤੁਸੀਂ ਲੂਣ ਹੀ ਨਹੀਂ ਇੱਕੋ ਜਿਹਾ ਖਾ ਸਕਦੇ। ਕਿਸੇ ਦਾ ਲੂਣ ਵੱਖਰਾ, ਜ਼ਿਆਦਾ ਖਾਂਦਾ, ਕੋਈ ਘੱਟ ਖਾਂਦਾ, ਕੋਈ ਨਹੀਂ ਵੀ ਖਾਂਦਾ। ਸੋ ਇਹਨਾਂ ਗੱਲਾਂ ਨੂੰ ਛੱਡ ਕੇ ਤੂੰ ਜ਼ਿਆਦਾ ਲੂਣ ਕਿਉਂ ਖਾਣਾ, ਤੂੰ ਘੱਟ ਕਿਉਂ ਖਾਣਾ, ਤੂੰ ਮਿਰਚਾਂ ਕਿਉਂ ਪਾਉਣਾ, ਇਹਨਾਂ ਦਾ ਕੋਈ ਫਾਇਦਾ ਨਹੀਂ। ਆਪਣੇ ਆਪਣੇ ਤਰੀਕੇ ਨਾਲ ਸਹਿ ਹੋਂਦ ਆਪਸ ਵਿੱਚ ਵਿਚਾਰ ਕਰਕੇ ਕਰ ਲਿਆ ਜਾਵੇ ਅਤੇ ਅਸੀਂ ਬਹੁਤ ਚੰਗੇ ਤਰੀਕੇ ਨਾਲ ਇਕੱਠੇ ਹੋ ਸਕਦੇ ਹਾਂ। ਉਹਨਾਂ ਸ਼ਬਦਾਂ ਨੂੰ ਅਸੀਂ ਪੜ੍ਹੀਏ ਅਤੇ ਉਹਨਾਂ 'ਤੇ ਪਹਿਰਾ ਦਈਏ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਠੋ ਸਫਾ ਵਿਛਾਏ। ਮੈਂ ਇਹੋ ਹੀ ਅਰਜ਼ ਕਰਕੇ
ਬਾਰ-ਬਾਰ ਜੋਗੀ ਜੀ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਉਚੇਚਾ ਵਕਤ ਕੱਢ ਕੇ ਫਿਰ ਦਿੱਲੀ ਤੋਂ ਉਚੇਚੇ ਇੱਥੇ ਆਏ ਨੇ। ਅਤੇ ਜਿਸ ਵੇਲੇ ਜਿਸ ਆਦਮੀ ਨੂੰ ਜਿਹੜੀ ਕੋਈ ਲਗਨ ਲੱਗੀ ਹੁੰਦੀ ਹੈ ਨਾ, ਜਿਹਨੂੰ ਫੀਮ ਲੱਗ ਜਾਏ ਨਾ, ਉਹ ਫੀਮ ਤੋਂ ਬਿਨਾਂ ਬਚ ਨਹੀਂ ਸਕਦਾ। ਇਹਨਾਂ ਨੂੰ ਇਸ ਗੱਲ ਦੀ ਲਗਨ ਲੱਗੀ ਹੈ, ਇਸ ਗੱਲ ਤੋਂ ਬਿਨਾਂ ਇਹ ਬਚ ਨਹੀਂ ਸਕਦੇ। ਕਿਤੇ ਵੀ ਹੋਵੇ, ਸਰੀਰ ਨਾ ਵੀ ਮੰਨੇ ਤਾਂ ਵੀ ਇਹ ਜ਼ਰੂਰ ਪਹੁੰਚਦੇ ਨੇ। ਅਤੇ ਮੈਨੂੰ ਵੀ ਬੜਾ ਮਜਬੂਰ ਕੀਤਾ। ਮੈਂ ਐਸਪੀਨੋਲਾ ਇਹਨਾਂ ਦੇ ਪਿੰਡ ਵਿੱਚ ਗਿਆ, ਅਤੇ ਉੱਥੇ ਫਤਿਹ ਕੌਰ ਸੀ ਉਹ ਬੀਬੀ ਦਾ ਨਾਂ, ਉਹਨਾਂ ਦੇ ਘਰ ਮੇਰਾ ਡੇਰਾ ਇਹਨਾਂ ਨੇ ਰੱਖਿਆ। ਅਤੇ ਨਾਲ ਹੀ ਨਦੀ ਵਗਦੀ ਸੀ ਪਾਣੀ ਦੀ, ਬਿਲਕੁਲ ਆਪਣੇ ਪਿੰਡਾਂ ਵਰਗਾ ਪਿੰਡ। ਸਾਡੇ ਪਿੰਡ ਸ਼ਾਇਦ ਉਹੋ ਜਿਹੇ ਨਹੀਂ ਰਹੇ ਜਿਹੋ ਜਿਹੇ ਉਹਨਾਂ ਨੇ ਆਪਣੇ ਪਿੰਡ ਰੱਖੇ ਨੇ। ਉੱਥੇ ਜੋਗੀ ਜੀ ਨੇ ਆਪਣਾ ਥਾਂ ਬਣਾਇਆ। ਸੋ ਇਹ ਆਪਣਾ ਆਪਣਾ ਕਿਰਦਾਰ ਹੈ। ਜੋਗੀ ਜੀ ਦਾ ਤੁਸੀਂ ਕੱਦ ਬੁੱਤ ਵੇਖਦੇ ਹੋ ਕਿੱਡਾ ਵੱਡਾ ਹੈ, ਪਰ ਆਦਮੀ ਦਾ ਦਿਲ ਛੋਟਾ ਜਿਹਾ, ਮਨ ਛੋਟਾ ਜਿਹਾ ਹੁੰਦਾ, ਅਤੇ ਇਹ ਸਾਰੇ ਦੇ ਸਾਰੇ ਉਹ ਹਰ ਇੱਕ ਦੇ ਮਨ ਵਿੱਚ ਸਮਾ ਜਾਂਦੇ ਨੇ, ਜਾ ਕੇ ਉੱਥੇ ਛੋਟੇ ਜਿਹੇ ਹੋ ਜਾਂਦੇ ਹੋਣੇ ਨੇ ਮੇਰਾ ਖਿਆਲ। ਅਤੇ ਬ੍ਰਹਮ ਗਿਆਨੀ ਹੈ ਸਭ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ। ਸੋ ਮੈਂ ਇਹ ਬਾਰ-ਬਾਰ ਜੋਗੀ ਜੀ ਨੂੰ ਆਖਾਂ, ਇਹ ਇਹਨਾਂ ਦੀ ਪਹਿਚਾਣ ਇਹਨਾਂ ਨੇ ਆਪ ਹੀ ਕਰਾਈ ਹੈ। ਸੋ ਮੈਂ ਸਮਝਦਾ ਵੀ ਇਹਨਾਂ ਗੱਲਾਂ ਤੋਂ ਉੱਚੇ ਉੱਠ ਕੇ ਅਸੀਂ ਸਾਰੇ ਇਕੱਠੇ ਹੋ ਸਕਦੇ ਹਾਂ। ਅੰਗਰੇਜ਼ਾਂ ਦੀ ਤੁਸੀਂ ਤੁਹਾਨੂੰ ਦੱਸ ਹੀ ਦਿੱਤਾ, ਜੋਗੀ ਜੀ ਨੂੰ ਮੈਂ ਦੇ ਵੀ ਦਿੱਤੀ ਹੈ, ਇਹ ਪੜ੍ਹ ਲੈਣਗੇ। ਇਹ ਗੱਲ ਸਾਡੇ ਅਨੁਕੂਲ ਨਹੀਂ ਸੀ, ਪਰ ਅੰਗਰੇਜ਼ਾਂ ਨੇ ਸਾਡੇ ਕੋਲ ਕਰਵਾਈ। ਸਿੱਖਾਂ ਲਈ ਸਰਕਾਰ ਦਾ ਲਾਇਲ ਰਹਿਣਾ ਸਿਰਫ ਜ਼ਰੂਰੀ ਹੀ ਨਹੀਂ, ਬਲਕਿ ਉਹਨਾਂ ਦੇ ਮਜ਼ਹਬ ਦਾ ਇੱਕ ਅੰਗ ਹੈ। ਬਾਕੀ ਇਹਦੇ ਜੋ ਕੁਝ ਲਿਖਿਆ ਉਹ ਸਾਰਾ ਤੁਸੀਂ ਪੜ੍ਹ ਲਿਓ। ਮੈਂ ਇਹਨਾਂ ਹੀ ਸ਼ਬਦਾਂ ਨਾਲ ਫਿਰ ਅਰਜ਼ ਕਰਾਂਗਾ, ਇਸੇ ਤਰ੍ਹਾਂ ਦੇ ਇਕੱਠ ਬਾਰ-ਬਾਰ ਸਾਡੇ ਹੁੰਦੇ ਰਹਿਣ। ਅਮਲੀ ਰਚਨ ਅਮਲੀਆਂ, ਸੋਫੀ ਸੋਫੀ ਮੇਲ ਕਰਨ ਦੇ, ਚੋਰਾ ਚੋਰਾਂ ਪਿਰ ਹੜਈ, ਠੱਗ ਠੱਗ ਮਿਲ ਦੇਸ਼ ਠਗਾਉਂਦੇ, ਜੁਆਰੀ ਜੁਆਰੀਆਂ ਵੇਕਰਮੀ ਵੇਕਰਮ ਰਚੰਦੇ, ਦੁਖਿਆਰੇ ਦੁਖਿਆਰਿਆਂ ਮਿਲ ਮਿਲ ਆਪਣੇ ਦੁੱਖ ਰਵਾਉਂਦੇ, ਸਾਰੇ ਦੁੱਖਾਂ ਨਾ ਯਾਦ ਆਉਣ। ਅਖੀਰ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਸਾਧ ਸੰਗਤ ਗੁਰ ਸਿੱਖ ਜੁੜਨਦੇ। ਮੈਂ ਇਹੀ ਅਰਜ਼ ਕਰਕੇ ਅੱਗੇ ਲਵਾਂ। ਹਾਜ਼ਰਾ ਹਜ਼ੂਰ ਸ੍ਰੀ ਸਤਿਗੁਰੂ ਜੀ ਦੀ ਕਿਰਪਾ ਬਖਸ਼ੇ ਸਦਕਾ ਸ੍ਰੀ ਭੈਣੀ ਸਾਹਿਬ ਦੀ ਮੋਬਾਈਲ ਐਪ ਰਾਹੀਂ ਇਹ ਕਾਰਜ ਹੋਏ ਹੋਰ ਸੌਖੇ। ਸੂਰਜ ਉੱਗਣ ਤੋਂ ਪਹਿਰ ਰਹਿੰਦੇ ਪਹਿਲੋਂ ਉੱਠਣ ਦਾ ਅਲਾਰਮ। 4000 ਤੋਂ ਵੱਧ ਆਡੀਓ ਰਿਕਾਰਡਿੰਗਸ, ਜਿਸ ਵਿੱਚ ਆਪ ਸਰਵਣ ਕਰ ਸਕਦੇ ਹੋ ਆਸਾ ਦੀ ਵਾਰ, ਕੀਰਤਨ, ਦੀਵਾਨ, ਉਪਦੇਸ਼, ਕਵਿਸ਼ਰੀ, ਵਿਦਵਾਨਾਂ ਦੇ ਲੈਕਚਰ ਅਤੇ ਰਾਗਾਂ ਦੀਆਂ ਬੰਦਿਸ਼ਾਂ। ਗੁਰਬਾਣੀ ਦਾ ਪਾਠ ਕਰਨ ਲਈ ਨਾਮਧਾਰੀ ਨਿਤਨੇਮ ਦਾ ਸੰਪੂਰਨ ਗੁਟਕਾ, ਗੁਰਬਾਣੀ ਪੜ੍ਹਨੀ, ਸਿੱਖਣ ਅਤੇ ਸ਼ੁੱਧ ਉਚਾਰਨ ਦੀ ਸੰਥਿਆ ਲਈ ਮਾਸਟਰ ਦਰਸ਼ਨ ਸਿੰਘ ਜੀ ਅਤੇ ਰਾਗੀ ਸ਼ਾਮ ਸਿੰਘ ਜੀ ਦੀ ਆਵਾਜ਼ ਵਿੱਚ ਗੁਰਬਾਣੀ ਦੀਆਂ ਆਡੀਓ ਰਿਕਾਰਡਿੰਗਸ। ਨਾਮਧਾਰੀ ਟੀਵੀ ਅਤੇ ਰੇਡੀਓ ਰਾਹੀਂ ਸ੍ਰੀ ਸਤਿਗੁਰੂ ਜੀ ਦੇ ਦੌਰਿਆਂ ਦਾ ਅਤੇ ਸ੍ਰੀ ਭੈਣੀ ਸਾਹਿਬ ਦੇ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਣ। ਇਹ ਐਪ ਆਈਫੋਨ ਲਈ ਐਪ ਸਟੋਰ ਅਤੇ ਐਂਡਰਾਇਡ ਲਈ ਪਲੇ ਸਟੋਰ ਤੋਂ ਡਾਊਨਲੋਡ ਕਰੋ ਜੀ।